ਦੁਨੀਆ ਭਰ 'ਚ ਜਿੱਥੇ ਵੀ ਇਸ ਵਕਤ ਤੁਸੀਂ ਬੈਠੇ ਪ੍ਰਾਈਮ ਏਸ਼ੀਆ ਟੀਵੀ ਨੂੰ ਦੇਖ ਰਹੇ ਹੋ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਪ੍ਰੋਗਰਾਮ ਹੈ ਪ੍ਰਾਈਮ ਫੋਕਸ, ਜਿਹੜਾ ਕਿ ਇਸ ਟਾਈਮ ਦੇ ਉੱਪਰ ਲਾਈਵ ਤੁਸੀਂ ਦੇਖਦੇ ਹੋ। ਗੱਲ ਇਹ ਆ ਕਿ ਵੀ ਹਰ ਰੋਜ਼ ਖਬਰਾਂ ਵੀ ਬਦਲ ਜਾਂਦੀਆਂ ਨੇ, ਪਰ ਉਹਨਾਂ ਖਬਰਾਂ ਦੇ ਕਈ ਵਾਰ ਅਗਲੀਆਂ ਪਿਛਲੀਆਂ ਚੀਜ਼ਾਂ ਜਿਹੜੀਆਂ ਕਿ ਇੱਥੇ ਡਿਸਕਸ ਕਰਦੇ ਹਾਂ ਅਸੀਂ, ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਠੀਕ ਹੈ ਜੀ, ਆਹੀ ਮਸਲਾ ਸੀਗਾ। ਕਿਉਂਕਿ ਪਹਿਲਾਂ ਤਾਂ ਸਿਆਸਤਦਾਨਾਂ ਦੀਆਂ ਗੱਲਾਂ ਦੇ ਅੰਦਾਜ਼ੇ ਹੀ ਲਾਏ ਜਾ ਸਕਦੇ ਨੇ। ਜੇ ਉਹ ਪਹਿਲਾਂ ਹੀ ਸਾਰਾ ਕੁਝ ਸੱਚ ਬੋਲ ਦੇਣ ਤੇ ਫਿਰ ਤੇ ਵੋਟ ਹੀ ਕੋਈ ਨਾ ਪਾਵੇ ਉਹਨਾਂ ਨੂੰ। ਪਰ ਚਲੋ, ਅੰਦਾਜ਼ਿਆਂ ਦੇ ਵਿੱਚੋਂ ਅੰਦਾਜ਼ਾ ਇੱਕ ਇਹ ਵੀ ਹੈ ਕਿ ਵੀ ਪਹਿਲਾਂ ਵਾਲੀ ਹੋਣੀ ਹੈ 2022 'ਚ। ਨਾਲ ਵਾਲੇ ਵੀਰ ਜੀ ਮੇਰੇ $5 ਦੀ ਸ਼ਰਤ ਲਾ ਕੇ ਕਹਿੰਦੇ ਵੀ ਨਾ, ਐਤਕੀ ਤੇ ਲੋਕਾਂ ਜਿੱਤ ਜਾਣਾ। ਕਿਉਂ WhatsApp ਇੱਦਾਂ ਹੀ ਆ ਜੀ, ਐਨ ਚੜ੍ਹਦੀ ਕਲਾ 'ਚ ਜਿੱਤਣਾ ਲੋਕਾਂ ਨਹੀਂ ਆ। ਨਹੀਂ, ਇਹ ਤੁਹਾਡਾ ਕਹਿਣਾ, ਲੋਕਾਂ ਦਾ ਕਹਿਣਾ। ਚਲੋ ਕਹਿ ਲਓ, ਇਹਦੇ 'ਚ ਕਿਹੜੀ ਗੱਲ ਹੈ, ਅਸੀਂ ਕਿਤੇ ਮੁੱਕਰਦੇ? ਨਹੀਂ, ਇਹਦੇ ਵਿੱਚ ਮੁੱਕਰਨ ਵਾਲੀ ਗੱਲ ਹੀ ਕੋਈ ਨਹੀਂ। ਮੇਰਾ ਕਹਿਣਾ ਆਪਾਂ ਫਿਰ ਕਲੀਅਰ ਕਰ ਦਈਏ, ਕਈ ਬੰਦੇ ਬਾਅਦ 'ਚ ਵੀ ਆਪਾਂ ਨੂੰ ਸੁਣਦੇ। ਸਾਡੀ ਸ਼ਰਤ ਸਿਰਫ ਇੰਨੀ ਹੈ ਜੀ ਵੀ ਮੇਰਾ ਕਹਿਣਾ ਇਹ ਹੈ ਕਿ ਵੀ ਜਿੱਦਾਂ ਮੈਂ ਲੀਡਰਾਂ ਨੂੰ ਰਿਪਰੈਜ਼ੈਂਟ ਕਰਾਂ, ਤੇ ਲੀਡਰਾਂ ਦਾ ਕਹਿਣਾ ਇਹ ਹੈ ਵੀ ਅਸੀਂ ਇੱਧਰੋਂ ਉੱਧਰੋਂ ਤਿਕੜਮ ਲੜਾ ਕੇ ਸਰਕਾਰ ABC ਕਰਕੇ ਫਿਰ ਅਸੀਂ ਆਪਣੇ ਪੱਖ ਦੀ ਬਣਾ ਲੈਣੀ ਹੈ, ਤੇ ਲੋਕਾਂ ਨੂੰ ਫਿਰ 4.5 ਪੌਣੇ 5 ਸਾਲ ਅਸੀਂ ਉੱਲੂ ਬਣਾਉਣਾ। ਤੁਸੀਂ ਕਹਿੰਦੇ ਹੋ ਵੀ ਨਹੀਂ, ਐਤਕੀ ਕੁਛ ਪਤਾ ਨਹੀਂ ਕੀ ਹੋ ਜਾਣਾ, ਜੋ ਵੀ ਹੋ ਜਾਣਾ ABC ਮਤਲਬ ਤੁਹਾਡੀ ਸਰਕਾਰ ਬਣਨੀ। ਇਹ ਗੱਲ ਭਰਾ ਮੇਰੇ ਪਤਾ ਉਦੋਂ ਹੁੰਦੀ ਸੀ ਜਦੋਂ ਬਿਆਸ ਦੇ ਇਧਰਲੇ ਪਾਸੇ ਜਿਹੜੇ ਦੁਆਬੇ ਵਾਲੇ ਹੁੰਦੇ ਸੀ, ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਬਿਆਸ ਟੱਪ ਕੇ ਮਾਝੇ ਦੇ ਵਿੱਚ ਕੀ ਹੁੰਦਾ, ਤੇ ਮਾਝੇ ਵਾਲਿਆਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਪਰਲੇ ਪਾਸੇ ਮਾਲਵੇ ਦੇ ਵਿੱਚ ਜਦੋਂ ਦੂਸਰਾ ਪਾਸਾ ਟੱਪ ਜਿੱਦਾਂ ਕੀ ਹੁੰਦਾ। ਫਲੋਰ ਤੋਂ ਇਧਰਲੇ ਪਾਸੇ ਜਿਹੜੇ ਫਗਵਾੜੇ ਜਲੰਧਰ ਵਾਲੇ ਪਾਸੇ ਸੀ, ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਲੁਧਿਆਣੇ ਕੀ ਹੁੰਦਾ। ਤੇ ਲੁਧਿਆਣੇ ਜਿਹੜੇ ਬੰਦੇ ਬੁੱਢੇ ਨਾਲੇ ਦੇ ਕੋਲ ਬੈਠੇ ਆ, ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਭਾਈ ਬੰਗਿਆਂ ਤੇ ਨਵਾਂ ਸ਼ਹਿਰ ਵਾਲੇ ਪਾਸੇ ਕੀ ਹੋ ਗਿਆ। ਨਹੀਂ ਸੀ ਸਮਝ ਆਉਂਦੀ, ਨਹੀਂ ਸੀ ਪਤਾ ਲੱਗਦਾ। ਚਲੋ ਕੋਈ ਗੱਲ ਨਹੀਂ, ਪਰ ਹੁਣ ਤਾਂ ਲੋਕਾਂ ਨੂੰ ਬਹੁਤ ਕੁਝ ਪਤਾ ਲੱਗਣਾ। ਤੁਸੀਂ ਲੀਡਰ ਹੋ, ਤੁਸੀਂ ਸਤਿਕਾਰਯੋਗ ਹੋ, ਤੁਸੀਂ MLA MP ਹੋ, ਤੁਸੀਂ ਵੋਟਾਂ ਮੰਗਣ ਆਉਣਾ, ਲੋਕਾਂ ਨੂੰ ਤੋੜਨਾ ਪਾੜਨਾ, ਇੱਕ ਦੂਜੇ ਤੋਂ ਵੱਖ ਕਰਨਾ ਤੁਹਾਡਾ ਹੱਕ ਹੈ, ਤੁਸੀਂ ਕਰੋ। ਪਰ ਲੋਕਾਂ ਨੇ ਐਤਕੀ ਪਤਾ ਕੀ ਕਹਿਣਾ। ਲੋਕਾਂ ਨੇ ਜਦੋਂ ਕਿਸੇ ਲੀਡਰ ਨੇ ਪਿੰਡ ਆਉਣਾ, ਲੋਕਾਂ ਨੇ ਸਵਾਗਤ ਕਰਨਾ, ਲੱਡੂ ਕੋਲ ਹੋਣੇ, ਬਿਸਕੁਟ ਕੋਲ ਹੋਣੇ, ਚਾਹ ਧਰੀ ਹੋਣੀ ਹੈ, ਲੀਡਰ ਦੀ ਗੱਡੀ ਦੇਖ ਕੇ ਦੁੱਧ ਵਿੱਚ ਪਾ ਦੇਣਾ ਕਿ ਇੱਕ ਵਾਲਾ ਦੇ ਕੇ ਤਾਂ ਫਿਰ ਚਾਹ ਲੈ ਆਇਓ, ਮੁੜ ਕੇ ਅਗਲੇ ਪਿੰਡ ਜਾਣਾ। ਪਰ ਉੱਥੇ ਪੰਜਾਬ ਦੇ ਲੋਕਾਂ ਨੇ ਬਹੁਤ ਮਿੱਠੀ ਸ਼ਬਦਾਵਲੀ ਦੇ ਵਿੱਚ ਐਤਕੀ ਇੱਕ ਸਵਾਲ ਕਰਨਾ ਹੈ ਕਿ ਜੇ ਉੜੀਸਾ ਦਾ ਮੁੱਖ ਮੰਤਰੀ ਨਵੀਨ ਪਟਨਾਇਕ ਉਸ ਆਰਥਿਕ ਤੌਰ ਤੇ ਕਮਜ਼ੋਰ ਸੂਬੇ ਦੇ ਵਿੱਚ ਵੀ 350 ਕਰੋੜ ਰੁਪਈਆ ਲਾ ਕੇ ਬਹੁਤ ਸਾਰੇ ਬੱਚਿਆਂ ਦੇ ਖੇਡਣ ਵਾਲਿਆਂ ਦੇ ਲਈ ਹੋਸਟਲ ਬਣਾ ਸਕਦਾ, ਕੋਚਿੰਗ ਸੈਂਟਰ ਬਣਾ ਸਕਦਾ, ਭਾਰਤ ਦੇ ਸਭ ਤੋਂ ਵੱਡੇ 2 ਸਟੇਡੀਅਮ ਬਣਾ ਸਕਦਾ, ਜੇ ਉਹ ਭਾਰਤੀ ਹਾਕੀ ਟੀਮ ਨੂੰ 150 ਕਰੋੜ ਰੁਪਏ ਦੀ ਸਪਾਂਸਰਸ਼ਿਪ ਦੇ ਕੇ 3 ਸਾਲ ਭੁਵਨੇਸ਼ਵਰ ਦੇ ਇੱਕ ਹੋਟਲ ਦੇ ਵਿੱਚ ਰੱਖ ਕੇ ਉਹਨਾਂ ਦੀਆਂ ਸਾਰੀਆਂ ਗੁੰਝਲਾਂ ਆਪਣੇ ਸਿਰ ਲੈ ਕੇ ਉਹਨਾਂ ਨੂੰ ਵਧੀਆ ਸਟੇਡੀਅਮ ਐਸਟ੍ਰੋਟਰਫ ਵਾਲੇ ਦੇ ਕੇ ਭਾਰਤੀ ਹਾਕੀ ਟੀਮ ਜਿਹੜੀ ਮੁੰਡਿਆਂ ਦੀ ਉਹਨੂੰ ਮੈਡਲ ਜਿਤਾ ਸਕਦਾ, ਤਾਂ ਫਿਰ ਪੰਜਾਬ ਵਾਲੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਪੰਜਾਬੀ ਮੁੰਡਿਆਂ ਨੂੰ ਵੀ ਕੋਚਿੰਗ ਨਹੀਂ ਦੇ ਸਕਦੇ। ਸਵਾਲ ਪੁੱਛਣਾ ਕਿ ਤੁਸੀਂ ਦੱਸੋ ਕਿ ਜੇ ਉੜੀਸਾ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ ਉੱਥੋਂ ਦਾ ਮੁੱਖ ਮੰਤਰੀ ਨਵੀਨ ਪਟਨਾਇਕ 25,000 ਬੱਚਿਆਂ ਨੂੰ ਹਾਕੀ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਕਿਸੇ ਪਾਸੇ ਲਾ ਚੁੱਕਾ, ਤੁਸੀਂ ਦੱਸੋ ਕਿ ਜਲੰਧਰ ਦੇ ਕਿਸੇ ਪਿੰਡ 'ਚ, ਸ਼੍ਰੀ ਮੁਕਤਸਰ ਸਾਹਿਬ ਦੇ ਕਿਸੇ ਪਿੰਡ 'ਚ, ਰੋਪੜ ਦੇ ਕਿਸੇ ਪਿੰਡ 'ਚ, ਫਤਿਹਗੜ੍ਹ ਸਾਹਿਬ ਦੇ ਕਿਸੇ ਪਿੰਡ ਦੇ ਵਿੱਚ, ਫਿਰੋਜ਼ਪੁਰ ਦੇ ਕਿਸੇ ਪਿੰਡ ਦੇ ਵਿੱਚ ਜੇ ਕਿਸੇ ਨੇ ਆਪਦੇ ਬੱਚੇ ਨੂੰ ਕਿਸੇ ਖੇਡ ਦੇ ਵਿੱਚ ਟ੍ਰੇਨਡ ਕਰਨਾ, ਤਾਂ ਉਹਦੇ ਘਰ ਤੋਂ ਨੇੜੇ ਸਰਕਾਰੀ ਕੋਚਿੰਗ ਕਿੱਥੇ ਹੈ, ਉਹਦੇ ਘਰ ਤੋਂ ਨੇੜੇ ਸਟੇਡੀਅਮ ਕਿੱਥੇ ਹੈ, ਉਹਦੇ ਘਰ ਤੋਂ ਨੇੜੇ ਉਹ ਸਪੋਰਟਸ ਦਾ ਹੋਸਟਲ ਕਿੱਥੇ ਹੈ ਜਿੱਥੇ ਰਹਿਣਾ, ਖਾਣਾ, ਟ੍ਰੇਨਿੰਗ, ਐਕਸਰਸਾਈਜ਼ ਸਾਰਾ ਕੁਝ ਬੱਚਿਆਂ ਨੂੰ ਮੁਫਤ ਹੋਵੇ। ਤੇ ਜਦੋਂ ਇਹ ਕੋਈ ਗੱਲ ਇਹ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਸਮੇਂ ਦਾ ਰਾਜ ਹੈ, ਇਹ ਗੱਲ ਇਹ ਨਹੀਂ ਕਿ ਮੇਜਰ ਧਿਆਨ ਚੰਦ ਸੀ 1936 ਦੇ ਵੇਲੇ ਦਾ, ਇਹ 2021 ਦੀ ਗੱਲ ਹੈ। ਤੇ ਜਿਹੜੀ 2021 ਦੇ ਅੰਤ ਤੱਕ ਲੋਕਾਂ ਜਦੋਂ ਤੁਹਾਡੀ ਲੀਡਰਸ਼ਿਪ ਨੂੰ ਪੁੱਛਣਾ ਤਾਂ ਜਵਾਬ ਕੋਈ ਨਹੀਂ ਆਉਣਾ, ਅਗਲੇ ਵਾਅਦੇ ਜ਼ਰੂਰ ਆ ਜਾਣਗੇ। ਚਲੋ ਠੀਕ ਹੈ ਜੀ, ਇਹ ਮੈਂ ਇਹਦੇ 'ਤੇ ਫਿਲਹਾਲ ਨਹੀਂ ਬੈਸਣਾ, ਕਿਉਂਕਿ ਰੋਜ਼ ਬੈਸਣ ਦਾ ਕੋਈ ਫਾਇਦਾ ਨਹੀਂ, ਬੰਦੇ ਨੇ ਕਿਤੇ ਮੰਨਣਾ। ਇਹ ਤਾਂ ਜਦੋਂ ਗੇਮ ਪਾਈ ਅਸੀਂ ਉਦੋਂ ਪਤਾ ਲੱਗਣਾ। ਬਸ ਠੀਕ ਹੈ। ਅੱਛਾ, ਹੁਣ ਜਿਹੜੀ ਗੇਮ ਪਈ ਆਪਾਂ ਉਹਦੀ ਗੱਲ ਕਰਦੇ। ਦੇਖੋ, ਗੇਮ ਇੱਦਾਂ ਪਈ ਕਿ ਵੀ ਕਹਿੰਦੇ ਕਿ ਵੀ ਸਿੱਧੂ ਸਾਹਿਬ ਬਣੇ ਪ੍ਰਧਾਨ, ਤੇ ਕਹਿੰਦੇ ਵੀ ਕਾਂਗਰਸ ਪਾਰਟੀ 'ਚ ਬਹੁਤ ਜੋਸ਼ ਹੈ। ਚਲੋ ਮੰਨ ਲਿਆ, ਜੋਸ਼ 1 ਦਿਨ ਰਿਹਾ, 2 ਦਿਨ ਰਿਹਾ, 3 ਦਿਨ ਰਿਹਾ, 4 ਦਿਨ ਵੀ ਰਿਹਾ। ਪਰ ਹੌਲੀ ਹੌਲੀ ਹੁਣ ਤੈਨੂੰ ਪਤਾ ਹੁੰਦਾ ਵੀ ਲੀਡਰਾਂ ਦਾ ਕੰਮ ਕੀ ਹੁੰਦਾ, ਵੀ ਘੇਰ ਲੈਣਾ। ਹੁਣ ਵਿਰੋਧੀਆਂ ਨੇ ਘੇਰਨਾ ਸ਼ੁਰੂ ਕਰਤਾ। ਹੁਣ ਕੁਝ ਸ਼ਹਿਰਾਂ 'ਚ ਜਿਹੜੇ ਸਿੱਧੂ ਸਾਹਿਬ ਦੇ ਪੋਸਟਰ ਲੱਗੇ, ਹੋਰਡਿੰਗ, ਬਿਲਕੁਲ ਸਿੱਧੂ ਸਾਹਿਬ ਦੇ ਚਿਹਰੇ 'ਤੇ ਕਾਲਖ ਮਲੀ। ਹੁਣ ਪਤਾ ਨਹੀਂ ਕੌਣ ਮਲ ਗਿਆ, ਪੁਲਿਸ ਵਾਲੇ ਲੱਭਦੇ ਫਿਰਦੇ। ਫਿਰ ਸਿੱਧੂ ਸਾਹਿਬ ਜਿਹੜੇ ਆਪਣੇ ਵਰਕਰਾਂ ਨੂੰ ਮਿਲਣ ਜਾ ਰਹੇ ਨੇ ਜਾਂ MLAs ਨੂੰ ਮਿਲਣ ਜਾ ਰਹੇ ਨੇ, ਉਹਨਾਂ ਦਾ ਵੀ ਰੌਲਾ ਪੈ ਗਿਆ। ਜਲਾਲਪੁਰ ਸਾਹਿਬ ਗਏ ਸੀ, ਉਹਨਾਂ ਦੇ ਘਰ ਗਏ ਸੀ, ਉਹਨਾਂ ਦੇ ਦੁਆਲੇ ਦੂਜੀਆਂ ਵਿਰੋਧੀ ਪਾਰਟੀਆਂ ਹੋ ਗਈਆਂ ਵੀ ਅੱਛਾ ਸਿੱਧੂ ਸਾਹਿਬ ਜਿੰਨਾ ਚਿਰ ਤੇ ਬਾਹਰ ਸੀ ਉਹਨਾਂ ਚਿਰ ਨਸ਼ਾ ਵੀ ਸੀ, ਉਹਨਾਂ ਚਿਰ ਵਾਹ ਵੀ ਸੀ, ਉਹਨਾਂ ਚਿਰ ਆ ਵੀ ਸੀ, ਇਨਸਾਫ ਦਿਵਾਉਣਾ ਸੀ, ਤੇ ਜਦੋਂ ਤੁਸੀਂ ਉੱਥੇ ਪਾਰਟੀ ਦੇ ਵਿੱਚ ਚਲੇ ਗਏ, ਉਹਦਾ ਮਿਲ ਗਿਆ,
ਫਿਰ ਜਿਹੜੇ ਬੰਦੇ ਤੁਹਾਡੇ ਨਾਲ ਨੇ ਤੁਸੀਂ ਕਹਿੰਦੇ ਨਾ ਇਹ ਤੇ ਸਾਰੇ ਦੋ ਤੋਤੇ। ਇਹ ਮੈਂ ਨਹੀਂ ਕਹਿੰਦਾ, ਇਹ ਦੋ ਚੀਮਾ ਸਾਹਿਬ ਨੇ ਦੋਸ਼ ਲਾਇਆ, ਹਰਪਾਲ ਚੀਮਾ ਇੱਕ ਦਲਜੀਤ ਚੀਮਾ। ਤੀਸਰੀ ਗੱਲ, ਮੋਗੇ ਵੱਲ ਨੂੰ ਆਏ ਤੇ ਉੱਥੇ ਫਿਰ ਕਿਸਾਨਾਂ ਨੇ ਤੇ ਹੋਰ ਜਥੇਬੰਦੀਆਂ ਨੇ ਵਿਰੋਧ ਸ਼ੁਰੂ ਕਰਤਾ। ਉਹ ਕਹਿੰਦੇ ਵੀ ਆਹ ਕੀ ਕੰਮ ਫੜਿਆ ਭਾਈ ਸਾਹਿਬ, ਤੁਸੀਂ ਕਹਿੰਦੇ ਵੀ ਖੂਹ ਆਵੇ ਤੇ ਪਿਆਸਾ ਆਵੇ, ਕਿਸਾਨ ਕਿਤੇ ਖੂਹ ਆ, ਅਸੀਂ ਤਾਂ ਸਮੁੰਦਰ ਆ ਤੇ ਤੁਸੀਂ ਸਮੁੰਦਰਾਂ ਨੂੰ ਖੂਹ ਦੱਸੀ ਜਾਂਦੇ, ਪਿਆਸੇ ਦੱਸੀ ਜਾਂਦੇ। ਹੁਣ ਇਹ ਜਿੱਧਰ ਨੂੰ ਕੰਮ ਤੁਰ ਪਿਆ, ਇੱਥੋਂ ਇੱਦਾਂ ਲੱਗਦਾ ਵੀ ਸਿੱਧੂ ਸਾਹਿਬ ਨੂੰ ਇਹ ਜਾਪਦਾ ਵੀ ਸ਼ਾਇਦ ਗੱਡੀ ਸਮੂਥ ਚੱਲੇਗੀ, ਪਰ ਹੁਣ ਵਿਰੋਧੀਆਂ ਨੇ ਚੱਲਣ ਨਹੀਂ ਦੇਣੇ। ਉਹ ਕਹਿੰਦੇ ਵੀ ਭਾਵੇਂ ਟਾਇਰ ਪਾਟੇ ਨਾ ਪਾਟੇ, ਕੰਡੇ ਵਿਛਾਈ ਜਾਣੇ। ਸਿੱਧੂ ਦੇ ਕੋਲੇ ਕੋਈ ਪ੍ਰਸ਼ਾਸਨਿਕ ਤਾਕਤ ਤਾਂ ਹੈ ਨਹੀਂ, ਉਹ ਪਾਰਟੀ ਦਾ ਪ੍ਰਧਾਨ ਹੈ ਪੰਜਾਬ ਸੂਬੇ ਦਾ, ਕੋਈ ਗੱਲ ਨਹੀਂ। ਜਦੋਂ ਤਾਕਤ ਹੈ ਨਹੀਂ, ਇਹਦੇ ਬਾਵਜੂਦ ਵੀ ਜੇ ਆਮ ਆਦਮੀ ਪਾਰਟੀ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਜਿਹੜੇ ਵਿਧਾਨ ਸਭਾ ਦੇ ਹਰਪਾਲ ਸਿੰਘ ਚੀਮਾ, ਉਹਨਾਂ ਦਾ ਬਿਆਨ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਆਉਂਦਾ ਹੈ। ਜੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਵੱਡੇ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਦਾ ਬਿਆਨ ਕੈਪਟਨ ਅਮਰਿੰਦਰ ਸਿੰਘ ਦੀ ਥਾਂ, ਜਾਖੜ ਸਾਹਿਬ ਦੀ ਥਾਂ, ਕਿਸੇ ਵੀ ਹੋਰ ਕਾਂਗਰਸੀ ਲੀਡਰ ਦੀ ਥਾਂ, ਬੀਬੀ ਭੱਠਲ ਦੀ ਥਾਂ, ਪ੍ਰਤਾਪ ਸਿੰਘ ਬਾਜਵਾ ਦੀ ਥਾਂ, ਸ਼ਮਸ਼ੇਰ ਸਿੰਘ ਦੂਲੋ ਦੀ ਥਾਂ, ਮੰਡੀ ਬੋਰਡ ਦੇ ਚੇਅਰਪਰਸਨ ਲਾਲ ਸਿੰਘ ਹੋਰਾਂ ਦੀ ਥਾਂ ਨਵਜੋਤ ਸਿੰਘ ਸਿੱਧੂ ਤੇ ਆਉਂਦਾ, ਇੱਕ ਗੱਲ ਤਾਂ ਮੰਨਣੀ ਪਊ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਤੁਣਕਾ ਕਰਕੇ ਕਿਸੇ ਨੇ ਪਤੰਗ ਚੜਾਇਆ ਤਾਂ ਸਿੱਧੂ ਚੜਾ ਸਕਦਾ, ਇਸ ਕਰਕੇ ਇਹਨੂੰ ਦਬੱਲੋ ਮਾਨਤਾ ਮਿਲ ਗਈ ਜੀ। ਦੂਸਰੀ ਗੱਲ, ਜੱਗ ਜਾਣਦਾ ਹੈ ਤੇ ਸਿੱਧੂ ਸਾਹਿਬ ਸੱਚ ਜਾਣਦੇ ਆ ਕਿ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਰਕੇ ਮੌਤਾਂ ਹੋਈਆਂ ਸੀ, ਤੇ ਹੋਈਆਂ ਵੀ ਉਸ ਮਾਝੇ ਦੇ ਵਿੱਚ ਸੀ ਜਿੱਥੋਂ ਸਿੱਧੂ ਸਾਹਿਬ ਕਹਿੰਦੇ ਸੀ ਕਿ ਮੈਂ ਸਿਆਸਤ ਇੱਥੋਂ ਕੀਤੀ ਹੈ ਤੇ ਇੱਥੋਂ ਹੀ ਕਰੂੰਗਾ। ਉਸ ਮਾਝੇ 'ਚ 100 ਤੋਂ ਵੱਧ ਲੋਕ ਮਾਰੇ ਗਏ ਸੀ। ਅਜੇ ਸਾਲ ਹੀ ਹੋਇਆ ਉਹਨਾਂ ਨੂੰ, 1 ਸਾਲ ਤੇ 1 ਮਹੀਨਾ, 13 ਮਹੀਨਿਆਂ ਦੇ ਵਿੱਚ ਕੋਈ ਬੰਦਾ ਭੁੱਲ ਥੋੜੀ ਸਕਦਾ। ਤੇ ਉਹ ਜ਼ਹਿਰੀਲੀ ਸ਼ਰਾਬ ਪੰਜਾਬ 'ਚ ਨਿਕਲੀ ਸੀ, ਪੰਜਾਬ 'ਚ ਵਿਕੀ ਸੀ ਤੇ ਪੰਜਾਬ ਦੇ ਵਿੱਚ ਅਰਥੀਆਂ ਉੱਠੀਆਂ ਸੀ। ਉਹਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲ ਗਈ ਹੈ ਕਿ ਨਹੀਂ ਮਿਲ ਗਈ ਹੈ ਨਹੀਂ ਪਤਾ, ਪਰ ਇੰਨੀ ਗੱਲ ਜ਼ਰੂਰ ਪਤਾ ਕਿ ਜਿਹੜੇ ਅਧਿਕਾਰੀਆਂ ਦੇ ਉੱਤੇ ਜਾਂਚ ਟੀਮ ਬਿਠਾਈ ਗਈ ਸੀ ਉਹ ਹੌਲੀ-ਹੌਲੀ ਕਰਕੇ ਡਿਪਾਰਟਮੈਂਟ ਦੇ ਵਿੱਚ ਵਾਪਸ ਆ ਗਏ। ਭਾਵੇਂ ਸਿੱਧੂ ਸਾਹਿਬ ਪ੍ਰਧਾਨ ਬਣ ਗਿਆ ਤਾਂ ਉਹਨਾਂ ਨੂੰ ਪਾਰਟੀ ਦੇ ਲੀਡਰਾਂ ਦੀ ਲੋੜ ਹੋਏਗੀ, ਪਰ ਪੰਜਾਬ ਦੇ ਲੋਕਾਂ ਨੂੰ ਇਨਸਾਫ ਵੀ ਦੀ ਲੋੜ ਹੈ ਨਾ, ਕਿ ਭਾਈ ਇਨਸਾਫ ਕਿੱਥੇ ਹੈ। ਹੁਣ ਸਿੱਧੂ ਸਾਹਿਬ ਨੇ ਆਪਦੀ ਪ੍ਰਧਾਨਗੀ ਪੱਕੀ ਕਰਨੀ ਆ, ਕਾਂਗਰਸੀਆਂ ਨੂੰ ਨਾਲ ਜੋੜਨਾ। ਕਦੇ ਫਰੀਦਕੋਟ ਜਾਂਦੇ ਆ, ਕਦੇ ਮੋਗਾ ਜਾਂਦੇ ਆ, ਆਪਣੀ ਪਾਰਟੀ ਦੇ ਲੀਡਰਾਂ ਦੇ ਘਰੇ ਜਾਂਦੇ ਆ, ਵਰਕਰਾਂ ਨੂੰ ਸੰਬੋਧਨ ਕਰਦੇ ਆ ਤੇ ਜਾ ਕੇ ਕਹਿੰਦੇ ਕੀ ਹੈ ਕਿ ਪਹਿਲੇ ਨੰਬਰ ਤੇ ਕਿਸਾਨੀ ਹੈ, ਵਿਧਾਨ ਸਭਾ ਦਾ ਸੈਸ਼ਨ ਛੇਤੀ ਹੋਊਗਾ, ਉਹਦੇ ਵਿੱਚ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਾਂਗੇ, ਕਿਸਾਨ ਜਿੱਥੇ ਕਹਿਣਗੇ ਉੱਥੇ ਆਵਾਂਗੇ ਤੇ ਨੰਗੇ ਪੈਰੀ ਆਵਾਂਗੇ, ਉਹਨਾਂ ਤੋਂ 1 ਵੀ ਇੰਚ ਪਰੇ ਨਹੀਂ। ਦੂਸਰੀ ਗੱਲ, ਫਿਰ ETT ਵਾਲਿਆਂ ਦਾ ਜ਼ਿਕਰ ਕਰਦੇ ਆ, ਕੱਚੇ ਅਧਿਆਪਕਾਂ ਦਾ ਜ਼ਿਕਰ ਕਰਦੇ ਆ, ਤੇ ਇੱਕ ਗੱਲ ਉਹਨਾਂ ਨੇ ਬੜੀ ਕਮਾਲ ਦੀ ਆਖੀ ਜਿਹਦੇ ਤੋਂ ਕਾਂਗਰਸ ਦੇ ਅੰਦਰ ਤੇ ਬਾਹਰ ਸੁਗ-ਬੁਗਾਹਟ ਹੋ ਸਕਦੀ ਹੈ। ਉਹ ਕਹਿੰਦੇ ਜੀ 2022 ਤੋਂ ਬਾਅਦ ਵੀ ਸਰਕਾਰ ਕਾਂਗਰਸ ਦੀ ਬਣਨੀ ਹੈ ਤੇ ਮਾਫੀਆ ਰਾਜ ਖਤਮ ਹੋ ਜਾਣਾ। ਸਰਕਾਰ ਤਾਂ ਹੁਣ ਵੀ ਕਾਂਗਰਸ ਦੀ ਹੈ, ਉਹ ਮਾਫੀਆ ਰਾਜ ਜੇ 2022 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਖਤਮ ਹੋ ਸਕਦਾ ਤਾਂ ਹੁਣ ਵੀ ਹੋ ਸਕਦਾ। ਜੇ ਹੁਣ ਨਹੀਂ ਹੋ ਸਕਦਾ, ਇਹਦਾ ਮਤਲਬ ਕਿ ਕੀ ਉਹਨਾਂ ਨੂੰ ਲੱਗਦਾ ਜਾਂ ਉਹਨਾਂ ਨਾਲ ਕੋਈ ਵਾਅਦਾ ਕੀਤਾ ਗਿਆ ਜਾਂ ਭਰੋਸਾ ਦਿੱਤਾ ਗਿਆ ਕਿ ਭਾਈ ਕੋਈ ਗੱਲ ਨਹੀਂ, ਹੁਣ ਸਰਕਾਰ ਤਾਂ ਪਾਰਟੀ ਦੀ ਆ ਪਰ ਬੰਦਾ ਹੋਰ ਚਲਾਉਂਦਾ ਹੈ। ਸਿੱਧੂ ਸਾਹਿਬ 2022 ਤੋਂ ਬਾਅਦ ਜੇ ਸਰਕਾਰ ਬਣ ਗਈ ਤਾਂ ਭਾਵੇਂ ਤੁਸੀਂ ਚਲਾ ਲਿਓ, ਜਾਨੀ ਜੇ ਮਾਫੀਆ ਰਾਜ ਸਰਕਾਰ ਬਣੀ ਤੇ ਖਤਮ ਹੋਣਾ ਹੈ ਤੇ ਕਾਂਗਰਸ ਦੀ ਸਰਕਾਰ ਤੇ ਖਤਮ ਹੋਣਾ ਤਾਂ 6 ਮਹੀਨੇ ਜੇ ਹੈਗੇ ਨੇ ਉਹ ਖਤਮ ਹੋ ਸਕਦਾ ਹੈ। ਪਰ ਜੇ ਲੱਗਦਾ ਕਿ ਉਹ ਸਰਕਾਰ ਚਲਾਉਣ ਵਾਲੇ ਤੇ ਨਿਰਭਰ ਕਰਦਾ ਹੈ, ਫਿਰ ਆਪਾਂ ਮੰਨ ਕੇ ਚੱਲਦੇ ਹਾਂ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਚਰਚਾ ਚੱਲਦੀ ਹੋਗੀ ਕਿ ਭਾਈ ਕੰਮ ਆਪਾਂ ਸਾਰਾ ਉਦੋਂ ਨੂੰ ਕਰਨਾ ਹੈ। ਬਾਕੀ ਕੱਚੇ ਅਧਿਆਪਕ ਉਹਨਾਂ ਨੂੰ ਘੇਰ ਰਹੇ ਹੈ, ਮੁਜ਼ਾਹਰੇ ਕਰ ਰਿਹਾ ਕਿ ਭਾਈ ਸਾਡੀ ਗੱਲ ਸੁਣੋ। ਇੱਕ ਦਿਨ ਅੰਗਹੀਣ ਵੀ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਬਾਹਰ ਜਾ ਕੇ ਬਹਿ ਗਿਆ ਸੀ ਕਿ ਸਿੱਧੂ ਸਾਹਿਬ ਕੈਪਟਨ ਸਾਹਿਬ ਤਾਂ ਨਹੀਂ ਸੁਣਦੇ, ਤੁਸੀਂ ਸੁਣੋ। ਹੁਣ ਕਿਸਾਨਾਂ ਨੇ ਵੀ ਕਿਤੇ ਨਾ ਕਿਤੇ ਸਵਾਲ ਪੁੱਛਣੇ ਸ਼ੁਰੂ ਕੀਤੇ ਆ ਕਿ ਸਿਆਸੀ ਤੌਰ ਤੇ ਇਕੱਠ ਕਰੀ ਜਾਂਦੇ ਹੋ, ਸਾਡਾ ਚੇਤਾ ਨਾ ਭੁੱਲ ਜਾਵੇ, ਤੁਸੀਂ ਕਹਿੰਦੇ ਕੁਝ ਹੋਰ ਸੀ ਤੇ ਹੁਣ ਉਹਨਾਂ ਗੱਲਾਂ ਦੇ ਉੱਤੇ ਅਮਲ ਵੀ ਕਰਾਓ। ਪਰ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਜਿੱਥੇ ਜਾ ਰਹੇ ਨੇ, ਹੁਣ ਹਰਪਾਲ ਸਿੰਘ ਚੀਮਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ, ਉਹਨਾਂ ਨੇ ਬਕਾਇਦਾ ਮਦਨ ਲਾਲ ਜਲਾਲਪੁਰ ਦਾ ਨਾਂ ਲੈ ਕੇ ਕਿਹਾ। ਉਹ ਕਹਿੰਦੇ ਭਾਈ ਜਿਹਨਾਂ ਤੇ ਦੋਸ਼ ਲੱਗਦੇ ਸੀ ਸਿੱਧੂ ਸਾਹਿਬ ਪਹਿਲਾਂ ਕੈਪਟਨ ਸਾਹਿਬ ਇਹਨਾਂ ਦੇ ਸਿਰ ਤੇ ਹੱਥ ਰੱਖਦੇ ਸੀ, ਹੁਣ ਤੁਸੀਂ ਰੱਖਦੇ ਆ, ਤੁਸੀਂ ਦੱਸੋ ਕਿ ਦੋਵਾਂ 'ਚ ਫਰਕ ਕੀ ਹੋਇਆ। ਜਿੰਨੀ ਛੇਤੀ ਹੋ ਸਕਦਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਦੌਰਾ ਮੁਕਾ ਕੇ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਕਿ ਮੈਂ ਸਾਰੇ ਕਾਂਗਰਸੀ ਲੀਡਰਾਂ ਦੇ ਨਾਲ ਹਾਂ, ਜਾਂ ਮੈਂ ਦੁੱਧ ਧੋਤੇ ਕਾਂਗਰਸੀ ਲੀਡਰਾਂ ਦੇ ਨਾਲ ਹਾਂ, ਜਾਂ ਮੈਂ ਉਹਨਾਂ ਲੀਡਰਾਂ ਦੇ ਨਾਲ ਨਹੀਂ ਜਿਨ੍ਹਾਂ ਲੀਡਰਾਂ ਦੇ ਉੱਤੇ ਤੁਹਮਤਾਂ ਲੱਗੀਆਂ ਜਾਂ ਜਿਨ੍ਹਾਂ ਦੇ ਖਿਲਾਫ ਕੋਈ ਸਬੂਤ ਹੈਗੇ ਆ। ਕਲੀਅਰ ਕਰਨਾ ਪਊਗਾ, ਨਹੀਂ ਤਾਂ ਵਿਰੋਧੀਆਂ ਦੇ ਨਿਸ਼ਾਨੇ ਤਿੱਖੇ ਹੁੰਦੇ ਜਾਣੇ ਆ। ਉਹ ਤਾਂ ਲੱਗਣੇ ਆ ਭਾਈ ਸਾਹਿਬ, ਉਹ ਤਾਂ ਆਪਾਂ ਸਟਾਰਟਿੰਗ 'ਚ ਗੱਲ ਕਰ ਲਈ ਵੀ ਉਹਨਾਂ ਨੂੰ ਹੁਣ ਨਜ਼ਰ ਆਉਣ ਲੱਗ ਪਿਆ ਵੀ ਭਾਈ ਸਾਹਿਬ ਇਹ ਕਿਤੇ ਨਾ ਕਿਤੇ ਘੁੰਡੀ ਤੇ ਹੈਗੀ ਆ। ਇੱਕ ਚੀਜ਼ ਆਪਾਂ ਇਹਦੇ 'ਚ ਹੋਰ ਐਡ ਕਰ ਦਈਏ, ਦੇਖੋ ਸਿੱਧੂ ਸਾਹਿਬ ਦਾ ਬਿਆਨ ਆਇਆ, ਉਹ ਕਹਿੰਦੇ ਵੀ ਦੇਖੋ ਖੇਤੀ ਵਾਲੇ ਮਸਲੇ ਤੇ ਬਿਜਲੀ ਵਾਲਾ ਰੌਲਾ, ਖੇਤੀ ਵਾਲੇ ਕਾਨੂੰਨ ਆਪਾਂ ਰੱਦ ਕਰਨੇ ਆ ਤੇ ਬਿਜਲੀ ਵਾਲੇ ਜਿਹੜੇ ਸਮਝੌਤੇ ਉਹ ਵੀ ਰੱਦ ਕਰਨੇ ਕਿ ਤੇ ਕਰਾਂਗੇ ਵਿਧਾਨ ਸਭਾ ਦੇ ਵਿੱਚ। ਹੁਣ ਜਦੋਂ ਆਹ ਗੱਲ ਹੁਣੇ ਤੁਸੀਂ ਕਿਹਾ ਕਿ ਪ੍ਰਸ਼ਾਸਨਿਕ ਤਾਕਤ ਕੋਈ ਨਹੀਂ ਜੀ, ਕਾਗਜ਼ੀ ਪੱਤਰੀ ਜੇ ਦੇਖਿਆ ਜਾਵੇ ਤੇ ਐਜ਼ ਏ ਹੈਸੀਅਤ ਸਿੱਧੂ ਸਾਹਿਬ ਦੀ ਇੱਕ MLA ਦੀ ਹੈ, ਉਨੀ ਕੀ ਹੈਸੀਅਤ ਕਹਿ ਲਓ ਜਿੰਨੀ ਕਿ ਕਿਸੇ ਹੋਰ MLA ਦੀ 117 ਦੇ ਵਿੱਚੋਂ।
ਹੁਣ ਇੱਕ ਐਮਐਲਏ ਹੋ ਕੇ ਜਿਵੇਂ ਇਹ ਕਹਿੰਦੇ ਵੀ ਪੰਜਾਬ ਵਿਧਾਨ ਸਭਾ ਦੇ ਵਿੱਚ ਅਸੀਂ ਆ ਸਾਰਾ ਕੁਝ ਰੱਦ ਕਰਾਂਗੇ, ਜਿਹੜਾ ਕਿ ਬਿਆਨ ਆਮ ਤੌਰ ਤੇ ਸੀਐਮ ਸਾਹਿਬ ਵਾਲੇ ਪਾਸੇ ਆਉਣਾ ਚਾਹੀਦਾ ਸੀ, ਉਹ ਤੋਂ ਜਾਪਦਾ ਤਾਂ ਇੱਦਾਂ ਹੀ ਆ ਵੀ ਜਿਹੜੀ ਉਹ ਗੱਲ ਕਰਦੇ ਆ ਵੀ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਟੈਨਸ਼ਨ ਨਾ ਲਓ, ਕਿਤੇ ਇੱਦਾਂ ਦੇ ਨਹੀਂ ਵੀ ਪਿੱਛੋਂ ਥਾਪੜਾ ਹੀ ਉਡੀਕਦੇ ਆ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਮੰਨਣੀ ਪਊ, ਅੱਜ ਤੱਕ ਭਾਵੇਂ ਹਾਈ ਕਮਾਂਡ ਕੈਪਟਨ ਸਾਹਿਬ ਦੇ ਨਾਲ ਸੀ ਜਾਂ ਨਹੀਂ ਸੀ, ਵਿਧਾਇਕ ਪੰਜਾਬ ਦੇ ਬਹੁਤੇ ਉਹਨਾਂ ਨਾਲ ਹੁੰਦੇ ਸੀ, ਬਹੁਮਤ ਤੋਂ ਉੱਪਰਲੇ ਉਹਨਾਂ ਦੇ ਨਾਲ ਹੁੰਦੇ ਸੀ, ਪਰ ਇਸ ਵੇਲੇ ਸਥਿਤੀ ਉਲਟੀ ਹੈ। ਹਾਈ ਕਮਾਂਡ ਵੀ ਨਾਲ ਨਹੀਂ ਜਾਪਦੀ। ਪਿਛਲੇ ਦਿਨੀ ਚਰਚਾ ਚੱਲੀ ਸੀ ਕਿ ਬੀਬੀ ਸੋਨੀਆ ਗਾਂਧੀ ਨੂੰ ਮਿਲ ਕੇ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਜਾਂ ਵਿਸਥਾਰ ਕਰਨਗੇ। ਮੁਲਾਕਾਤ ਨਹੀਂ ਹੋ ਸਕੀ। ਹੁਣ 15 ਅਗਸਤ ਤੋਂ ਗਾਂਹ ਜਾ ਆਪਣੀ ਆਜ਼ਾਦੀ ਦਿਹਾੜੇ ਆ ਜਾਣੇ। ਉਹਦੇ ਨਾਲ ਕੈਪਟਨ ਸਾਹਿਬ ਤੋਂ ਬਿਨਾਂ ਜੇ ਬਹੁਤੇ ਵਿਧਾਇਕਾਂ ਦਾ ਸਾਥ ਨਵਜੋਤ ਸਿੰਘ ਸਿੱਧੂ ਦੇ ਕੋਲੇ ਆ। ਹੁਣ ਤੁਸੀਂ ਦੇਖੋ ਕਿ ਇੱਕ ਉਦਾਹਰਣ ਹੈ, ਮੋਗੇ ਗਏ, ਮੋਗੇ ਤੋਂ 2-3 ਬੰਦੇ ਕਾਂਗਰਸ ਪਾਰਟੀ ਦੇ ਪਿਛਲੀ ਵਾਰ ਟਿਕਟ ਦੇ ਚਾਹਵਾਨ ਸੀ। ਇੱਕ ਮੌਜੂਦਾ ਵਿਧਾਇਕ ਡਾਕਟਰ ਹਰਜੋਤ ਕਮਲ, ਉਧਰੋਂ ਮਾਲਤੀ ਥਾਪਰ ਤੇ ਖੋਰ ਸੱਜਣ ਸੀ। ਨਵਜੋਤ ਸਿੰਘ ਸਿੱਧੂ ਗਏ, ਜੇ ਇਦਾਂ ਹੁੰਦਾ ਕਿ ਡਾਕਟਰ ਹਰਜੋਤ ਕਮਲ ਇਕੱਲੇ ਬੈਠੇ ਆ, ਬਾਕੀ ਬੰਦੇ ਨਹੀਂ ਆਏ, ਫਿਰ ਹੁਣ ਧੜਾ ਬਣਿਆ। ਸਿੱਧੂ ਸਾਹਿਬ ਦੇ ਗਏ ਤੇ ਸਾਰੇ ਹੀ ਆਏ। ਇਹਦਾ ਮਤਲਬ ਹੈ ਕਿ ਭਾਵੇਂ ਕਮਜ਼ੋਰ ਧੜਾ ਹੈ, ਭਾਵੇਂ ਵਿਧਾਇਕ ਡਾਕਟਰ ਹਰਜੋਤ ਕਮਲ ਹੋਰਾਂ ਦਾ ਧੜਾ ਹੈ ਜਿਹੜਾ ਕਿ ਵੱਧ ਮਜ਼ਬੂਤ ਉੱਥੇ ਮੰਨਿਆ ਜਾਂਦਾ, ਉਹ ਸਾਰੇ ਧੜੇ ਜੇ ਨਵਜੋਤ ਸਿੰਘ ਸਿੱਧੂ ਦੀ ਆਮਦ ਤੇ ਜਾਂਦੇ ਆ, ਤੇ ਇਹਦਾ ਮਤਲਬ ਹੈ ਕਿ ਹਰ ਇੱਕ ਨੂੰ ਲੱਗਦਾ ਕਿ ਭਾਈ ਜੇ ਅਸੀਂ 2022 ਦੀਆਂ ਚੋਣਾਂ 'ਚ ਸੁਰੱਖਿਅਤ ਹੈਗੇ ਆ ਤੇ ਸਾਨੂੰ ਨਵਜੋਤ ਸਿੰਘ ਸਿੱਧੂ ਦੇ ਨਾਲ ਤੁਰ ਕੇ ਹੀ ਸੁਰੱਖਿਆ ਜਿਹੜੀ ਲੈਣੀ ਪੈਣੀ ਹੈ। ਵੈਸੇ ਵੀ ਜਿਹੜੇ ਬੰਦੇ ਪਿਛਲੇ 4.5 ਸਾਲਾਂ ਤੋਂ ਉਡੀਕਦੇ ਆ ਕਿ ਕੈਪਟਨ ਸਾਹਿਬ ਆਉਣਗੇ, ਕਿਉਂਕਿ ਸਾਰੇ ਹਲਕਿਆਂ ਦਾ ਤੁਹਾਨੂੰ ਦੌਰਾ ਹੀ ਨਹੀਂ ਕੀਤਾ, 4.5 ਸਾਲਾਂ ਹੀ 1.5 ਸਾਲ ਕੋਵਿਡ 'ਚ ਨਿਕਲ ਗਿਆ, ਪਹਿਲਾਂ ਉਹਨਾਂ ਤੋਂ ਨਹੀਂ ਜਾ ਹੋਇਆ, ਨਾਲੇ ਖਜ਼ਾਨਾ ਖਾਲੀ ਸੀ। ਹੁਣ ਉਹਨਾਂ ਜ਼ਿਲ੍ਹਿਆਂ ਦੇ ਵਰਕਰਾਂ ਨੂੰ, ਵਿਧਾਇਕਾਂ ਨੂੰ, ਲੀਡਰਾਂ ਨੂੰ ਜਦੋਂ ਲੱਗਦਾ ਕਿ ਭਾਈ ਕੋਈ ਆਇਆ ਤਾਂ ਸਹੀ, ਇਕੱਠ ਕਰਕੇ ਦੱਸਣ ਜੋਗੇ ਤਾਂ ਸਹੀ, ਲੋਕ ਮਾੜੀ ਮੋਟੀ ਗੱਲ ਤਾਂ ਸੁਣਦੇ ਆ, ਅਗਲੇ ਸਿੱਧੂ ਸਾਹਿਬ ਦੇ ਨੇੜੇ ਨੇੜੇ ਇਕੱਠੇ ਹੋਈ ਜਾਂਦੇ ਆ। ਜੇ ਭਲਕ ਨੂੰ 50, 55, 60, 62, 59, 63 ਵਿਧਾਇਕ ਇਕੱਠੇ ਹੋ ਕੇ ਚਿੱਠੀ ਲਿਖ ਕੇ ਮੁੱਖ ਮੰਤਰੀ ਸਾਹਿਬ ਨੂੰ ਕਹਿ ਦੇਣ ਕਿ ਮੁੱਖ ਮੰਤਰੀ ਸਾਹਿਬ ਅਸੀਂ ਚਾਹੁੰਦੇ ਆ ਕਿ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਬੁਲਾਓ, ਸਪੀਕਰ ਸਾਹਿਬ ਨੂੰ ਕਹਿ ਕੇ ਰਾਜਪਾਲ ਸਾਹਿਬ ਨਾਲ ਵੀ ਗੱਲ ਕਰੋ, ਆਪਾਂ ਉੱਥੇ ਜਾ ਕੇ ਖੇਤੀ ਕਾਨੂੰਨ ਜਿਹੜੇ ਤਿੰਨੋਂ ਆ ਉਹ ਰੱਦ ਕਰਨਾ ਚਾਹੁੰਦੇ ਆ। ਉਹ ਮੁੱਖ ਮੰਤਰੀ ਨੇ, ਪਰ ਮੁੱਖ ਮੰਤਰੀ ਇਸ ਕਰਕੇ ਨੇ ਕਿ ਉਹਨਾਂ ਦੇ ਕੋਲੇ 59 ਵਿਧਾਇਕਾਂ ਦਾ ਸਮਰਥਨ ਹੈ। ਤਾਂ ਜੇ ਉਹਨਾਂ ਦੇ ਵਿੱਚੋਂ ਬਹੁਤੇ ਵਿਧਾਇਕ ਕਹਿਣਗੇ ਅਸੀਂ ਸੱਦਣਾ ਤਾਂ ਪਊਗਾ ਨਾ, ਨਹੀਂ ਤਾਂ ਅਗਲੇ ਕਹਿਣਗੇ ਕਿ ਭਾਈ ਕਿਸੇ ਹੋਰ ਤੋਂ ਸਦਾ ਲੈਣੇ। ਨਹੀਂ, ਇਹ ਇੱਕ ਚੱਕਰ ਹੈਗਾ, ਪਰ ਇਹਦੇ ਨਾਲ ਨਾਲ ਲੱਗਦੀ ਗੱਲ ਇੱਕ ਹੋਰ ਕਰ ਲਈ, ਜਿੱਦਾਂ ਨਾ ਪਿੰਡ 'ਚ ਰੌਲਾ ਪੈ ਗਿਆ, ਕਹਿੰਦੇ ਵੀ ਫਲਾਨੇ ਵਾਲੇ ਪਾਸੇ ਨੇ, ਚੜ੍ਹਦੇ ਵਾਲੇ ਪਾਸੇ ਗਾਉਣ ਵਾਲੀ ਲੱਗਣੀ, ਗਾਉਣ ਵਾਲੀ। ਅੱਛਾ, ਕਹਿੰਦੇ ਤੈਨੂੰ ਕਿਤੇ, ਮੈਂ ਸਕੂਟਰ ਗਿਆ ਹੁਣੇ, ਉਹ ਆਪਣੇ ਫਲਾਨੇ ਟੈਂਟ ਹਾਊਸ ਵਾਲੇ ਦਾ, ਉਹ ਦਰੀਆਂ ਸੀਗੀਆਂ ਉਹਦੇ ਕੋਲੇ 2 ਨੇ ਉੱਧਰ ਵਿਛਾਉਣੀਆਂ, ਬਸ ਉਦੋਂ ਬਾਅਦ ਉਹਨੇ ਮਾਹੌਲ ਜਿਹਾ ਵੇਖ ਲੈਣਾ ਵੀ ਮੇਜ਼ ਕਿੰਨੇ ਚਾਹੀਦੇ ਆ, ਕਨਾਤਾਂ ਕਿੰਨੀਆਂ ਚਾਹੀਦੀਆਂ, ਤੇ ਅੱਜ ਗਾਉਣ ਵਾਲੀ ਲੱਗਣੀ। ਹੁਣ ਬੰਦਿਆਂ ਦੇ ਰੌਲਾ ਰੱਪਾ ਸੁਣ ਲਿਆ, ਜਦੋਂ ਉੱਧਰ ਨੂੰ ਗਏ ਤੇ ਨਾ ਉੱਥੇ ਕੋਈ ਗਾਉਣ ਵਾਲੀ, ਨਾ ਸਟੇਜ, ਨਾ ਕੁਛ ਹੋਰ। ਫਿਰ ਕਿਸੇ ਬੰਦੇ ਨੇ ਕਿਹਾ, ਉਹ ਕਹਿੰਦੇ ਜਿਹੜਾ ਸਕੂਟਰ ਵਾਲਾ ਸੀ ਨਾ ਯਾਰ, ਉਹ ਮੈਂ ਜਾਂਦਾ ਵੇਖਿਆ ਵਾਪਸ, ਕਿੱਧਰ ਦੀ, ਕਹਿੰਦੇ ਐਸ ਗਲੀਏ ਨਿਕਲ ਗਿਆ ਉਹ। ਇਹਦਾ ਮਤਲਬ ਵੀ ਉਹ ਪਿੰਡ ਵਾਲਿਆਂ ਨੂੰ ਹੁਣ ਜਾਵੇ ਵੀ ਇਹਦਾ ਮਤਲਬ ਗਾਉਣ ਵਾਲੀ ਨਹੀਂ ਲੱਗਣੀ। ਹੁਣ ਮੈਂ ਕਿਉਂ ਕਹਿ ਰਿਹਾ ਇਹ, ਕਿਉਂਕਿ ਹੁਣ ਦੇ ਨਾਲ ਤਾਂ ਨਹੀਂ ਗੱਲ ਜੁੜਦੀ, ਪਰ 2017 ਨਾਲ ਜੁੜਦੀ। ਉਦੋਂ ਸਟੇਜ ਵੀ ਲੱਗਦੀ ਸੀ, ਕੁਰਸੀ ਵੀ ਡਹਿੰਦੀ ਸੀ, ਉਦੋਂ ਭਾਈ ਸਾਹਿਬ ਇੱਕ ਘੜਾ ਵੀ ਹੁੰਦਾ ਸੀ, ਉਹ 'ਚ ਪਰਚੀਆਂ ਵੀ ਹੁੰਦੀਆਂ ਸੀ, ਲੋਕ ਵੇਖਣ ਜਾਂਦੇ ਸੀ ਵੀ ਭਾਈ ਸਾਹਿਬ ਇਹ ਨੇ ਉਹ ਸਰਦਾਰ ਜੀ ਜਿਹਨਾਂ ਨੂੰ ਅਸੀਂ ਵਾਗਡੋਰ ਸੰਭਾਲਣੀ ਆ ਪੰਜਾਬ ਦੀ। ਹੁਣ ਐਤਕੀ ਵੀ ਉਹ ਜਿਹੜਾ ਟੈਂਟ ਵਾਲਾ ਬੰਦਾ ਉਹ ਕਰ ਲਿਆ ਸੀ, ਸਕੂਟਰ ਵੀ ਆ ਗਿਆ ਸੀ, ਗੇੜੀਆਂ ਵੀ ਕੱਢੀਆਂ ਸੀ ਵੀ ਇੱਥੇ ਗਾਉਣ ਵਾਲੀ ਲਾਵਾਂਗੇ। ਹੁਣ ਸੁਣ 'ਚ ਆਇਆ ਵੀ ਉਹ ਸਕੂਟਰ ਵਾਲਾ ਦੂਜੀ ਗਲੀ ਨਿਕਲ ਗਿਆ। ਮੈਨੂੰ ਐਂ ਲੱਗਦਾ ਕਿ ਉਹ ਬੰਦਾ ਨਿਕਲਿਆ ਨਹੀਂ, ਪਹਿਲਾਂ ਵੀ ਰੁਪਈਆ ਤਨਖਾਹ ਤੇ ਹੀ ਸੀਗਾ। ਮੈਨੂੰ ਤਾਂ ਐਂ ਵੀ ਲੱਗਦਾ ਕਿ ਤੁਹਾਡੇ ਲਈ ਮੌਕਾ, ਤੁਹਾਡੇ ਲਈ ਚਾਂਸ ਹੈ, ਤੁਹਾਡੇ ਲਈ ਆਪਸ਼ਨ ਹੈ ਇੱਕ। ਨਹੀਂ, ਮੈਨੂੰ ਲਾਭ ਸਿੰਘ ਤੋਂ ਡਰ ਲੱਗਦਾ। ਤੁਹਾਨੂੰ ਡਰ ਲੱਗਦਾ ਹੀ? ਭਲਾ ਲਾਭ ਸਿੰਘ ਕੌਣ ਹੈ? ਮੈਂ ਸਮਝ ਗਿਆ ਜਿਹਨੇ ਕੋਰਟ 'ਚ ਕੇਸ ਕੀਤਾ। ਹੁਣ ਸੰਧਾਲੀਆ ਸਾਹਿਬ ਦੇਖੋ, ਪ੍ਰਸ਼ਾਂਤ ਕਿਸ਼ੋਰ ਜਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਬੀਬੀ ਮਮਤਾ ਬੈਨਰਜੀ ਦੀ ਮੁਹਿੰਮ ਸਾਂਭ ਰਹੇ ਸੀ, ਭਾਜਪਾ ਕਹਿੰਦੀ ਸੀ 200 ਸੀਟਾਂ ਸਾਡੀਆਂ, ਉਹ ਕਹਿੰਦਾ ਸੀ ਜੇ 100 ਜਿੱਤ ਗਿਆ ਤਾਂ ਮੈਂ ਛੱਡ ਦੂੰ ਕੰਮ, ਧੰਦਾ ਹੀ ਛੱਡ ਦੂੰ। ਟੀਮ ਉਹਦੇ ਕੋਲੇ ਵੱਡੀ ਹੈ। ਅਜੇ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਰਿਜ਼ਲਟ ਆਉਣਾ ਸੀ, ਇੱਧਰਲੇ ਪਾਸੇ ਐਲਾਨ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਰੁਪਈਆ ਤਨਖਾਹ ਤੇ ਉਹਨਾਂ ਨੂੰ ਆਪਣਾ ਸਲਾਹਕਾਰ ਐਲਾਨ ਦਿੱਤਾ ਹੈ। ਉਹ ਕਹਿੰਦੇ ਠੀਕ ਹੈ ਮੈਂ ਸਲਾਹਕਾਰ। ਉਹਨਾਂ ਨੂੰ ਸੈਕਟਰੀਏਟ ਦੇ ਵਿੱਚ ਕਮਰਾ ਵੀ ਦੇ ਦਿੱਤਾ, 6 ਕਰਮਚਾਰੀ ਵੀ ਦੇ ਦਿੱਤੇ, ਰੁਪਈਆ ਤਨਖਾਹ ਵੀ ਲਾਤੀ, ਭਾਵੇਂ 1 ਰੁਪਈਆ ਭਾਵੇਂ ਲੱਖ ਹੈ, ਜਾਂਦਾ ਤਾਂ ਸਰਕਾਰੀ ਖਜ਼ਾਨੇ 'ਚੋਂ ਆ। ਉਹ ਹੁਣ ਕਮਰਾ ਵੀ ਦੇ ਦਿੱਤਾ, ਕਰਮਚਾਰੀ ਵੀ ਦੇ ਦਿੱਤੇ। ਉਹ ਅਜੇ ਤੱਕ ਆਏ ਨਹੀਂ, 3-4 ਮਹੀਨੇ ਹੋ ਗਏ, ਮਾਰਚ ਮਹੀਨੇ ਦੀਆਂ ਗੱਲਾਂ ਇਹ। ਅਪ੍ਰੈਲ ਲੰਘਿਆ, ਮਈ, ਜੂਨ, ਜੁਲਾਈ, ਅਗਸਤ ਚੱਲਣ ਡਿਆ। ਹਾਂ, ਅਗਸਤ ਚੱਲਣ ਡਿਆ। 4.5 ਮਹੀਨਿਆਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੇ ਕੋਲੇ ਸਮਾਂ ਨਹੀਂ ਲੱਗਾ ਕਿ ਉਹ ਆ ਕੇ ਦਫ਼ਤਰ ਦੇ ਵਿੱਚ ਇੱਕ ਵਾਰੀ ਪੈਰ ਪਾਵੇ, ਕੁਰਸੀ ਤੇ ਬੈਠੇ। ਸਹੂਲਤਾਂ ਮੰਤਰੀ ਜਿਹੜੀਆਂ, ਜਦੋਂ ਨਹੀਂ ਤਾਂ ਹੁਣ ਉਹਨੇ ਫਿਰ ਚਿੱਠੀ ਲੈਤੀ, ਕਹਿੰਦੇ ਜੇ ਔਖਾ ਮੈਂ ਥੋੜੇ ਸਮੇਂ ਦੇ ਲਈ ਨਾ ਇਹ ਜਿਹੜੀਆਂ ਸਰਗਰਮੀਆਂ ਉਹਨਾਂ ਤੋਂ ਪਰੇ ਹੋਣਾ ਚਾਹੁੰਦਾ, ਮੈਂ ਨਾਲੇ ਅਦਾਲਤੀ ਕੇਸ ਜਿਹੜੇ ਆ ਉਹਨਾਂ ਦੇ ਵਿੱਚ ਨਹੀਂ ਉਲਝਣਾ ਚਾਹੁੰਦਾ। ਕਿਉਂਕਿ ਲਾਭ ਸਿੰਘ ਹੋਰਾਂ ਨੇ ਪਟੀਸ਼ਨ ਕੀ ਪਾਈ, ਉਹ ਕਹਿੰਦੇ ਜਦੋਂ ਵੀ ਸਰਕਾਰ ਨੇ ਕੋਈ ਅਸਾਮੀ ਸਿਰਜਣੀ ਹੋਵੇ ਤਾਂ ਉਹਦਾ ਇਸ਼ਤਿਹਾਰ ਦਿੱਤਾ ਜਾਂਦਾ ਕਿ ਅਸੀਂ ਇਸ ਅਸਾਮੀ ਦੇ ਲਈ ਬੰਦਾ ਰੱਖਣਾ ਹੈ। ਨਾ ਇਹਨਾਂ ਇਸ਼ਤਿਹਾਰ ਦਿੱਤਾ, ਖਜ਼ਾਨੇ ਤੇ ਬੋਝ ਪਾਤਾ, ਬਿਲਕੁਲ ਨਹੀਂ ਰੱਖਣਾ ਚਾਹੀਦਾ, ਕਾਨੂੰਨ ਤੋਂ ਪਰੇ ਜਾ ਕੇ ਹੈ। ਹਾਈ ਕੋਰਟ 'ਚ ਪਟੀਸ਼ਨ ਪਾਤੀ, ਅਗਲੇ ਰੱਦ ਕਰਤੀ, ਉਹ ਬੰਦਾ ਸੁਪਰੀਮ ਕੋਰਟ ਚਲੇ ਗਿਆ।
ਹੁਣ ਸੁਪਰੀਮ ਕੋਰਟ ਦੇ ਵਿੱਚ ਇਹਦੇ ਤੋਂ ਪਹਿਲਾਂ ਕਿ ਸੁਣਵਾਈ ਹੁੰਦੀ ਕਿ ਤੁਸੀਂ ਪ੍ਰਸ਼ਾਂਤ ਕਿਸ਼ੋਰ ਨੂੰ ਰੱਖਿਆ ਕੀ ਕਰਨ ਨੂੰ ਆ, ਤੁਹਾਡੇ ਕੋਲ ਤਾਂ ਸਲਾਹਕਾਰਾਂ ਦੀ ਇੱਕ ਬਥੇਰੀ ਫੌਜ ਹੈਗੀ ਆ, ਇਹਦੇ ਬਾਵਜੂਦ ਵੀ ਸਲਾਹਾਂ ਪਤਾ ਨਹੀਂ ਕਿੱਦਾਂ ਦੀਆਂ ਕਿ ਬਹੁਤੇ ਪੰਜਾਬ ਦੇ ਮਸਲੇ ਹੱਲ ਹੀ ਨਹੀਂ ਹੋਏ। ਹੁਣ ਲਾਭ ਸਿੰਘ ਦੀ ਪਟੀਸ਼ਨ ਦੇ ਉੱਤੇ ਸਰਕਾਰ ਇਹਦੇ ਤੋਂ ਪਹਿਲਾਂ ਕਿ ਜਵਾਬ ਦਿੰਦੀ, ਪ੍ਰਸ਼ਾਂਤ ਕਿਸ਼ੋਰ ਨੇ ਅਸਤੀਫਾ ਦੇ ਦਿੱਤਾ ਹੱਥੋਂ ਹੱਥੀ। ਤੁਸੀਂ ਇਹ ਦੇਖੋ ਕਿ ਇੱਕ ਪਾਸੇ ਉਹ ਅਸਤੀਫੇ ਨੇ ਜਿਹੜੇ ਵਿਧਾਇਕਾਂ ਨੇ ਦਿੱਤੇ ਸੀ, ਉਹ ਸਪੀਕਰ ਸਾਹਿਬ ਨੇ ਅਜੇ ਵੀ ਦਸਤਖਤ ਨਹੀਂ ਕੀਤੇ ਕਿ ਭਾਈ ਇਹ ਬੰਦਿਆਂ ਦਾ ਅਸਤੀਫਾ ਮਨਜ਼ੂਰ। ਦੂਜੇ ਪਾਸੇ 3 ਘੰਟਿਆਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਸਲਾਹਕਾਰ ਤੋਂ ਸਾਬਕਾ ਸਲਾਹਕਾਰ ਬਣ ਗਿਆ ਤੇ ਲਾਭ ਸਿੰਘ ਹੋਰੀ ਕਹਿੰਦੇ ਕੋਈ ਗੱਲ ਨਹੀਂ, ਚਲੇ ਗਿਆ 4 ਮਹੀਨੇ 6 ਬੰਦੇ ਤਾਂ ਉਹਦੇ ਨਾਲ ਰਾ ਕੇ ਰੱਖੇ, ਉਹਨਾਂ ਨੂੰ ਕੋਈ ਹੋਰ ਕੰਮ ਤਾਂ ਨਹੀਂ ਲਿਆ, ਤਨਖਾਹਾਂ ਤਾਂ ਸਰਕਾਰੀ ਖਜ਼ਾਨੇ ਚੋਂ ਗਈਆਂ, ਸਕੱਤਰੇਤ ਦੇ ਵਿੱਚ ਇੱਕ ਕਮਰਾ ਉਹ ਤਾਂ ਉਹਦੇ ਲਈ ਰੱਖਿਆ, ਲੋਕਾਂ ਦੇ ਟੈਕਸ ਦੇ ਪੈਸੇ ਦਾ ਬਣਿਆ ਸੀ, ਉਹਦੇ ਲਈ ਖਾਲੀ ਨਾ ਰੱਖਦੇ, ਕੋਈ ਹੋਰ ਉੱਥੇ ਕੰਮ ਕਰਦੇ, ਸਰਕਾਰ ਦਾ ਪੈਸਾ ਤਾਂ ਖਰਾਬ ਹੋਇਆ। ਮੈਂ ਤਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਚੰਗਿਆੜੇ ਕੱਢੂ। ਪ੍ਰਸ਼ਾਂਤ ਕਿਸ਼ੋਰ ਭਾਵੇਂ ਚਲੇ ਗਏ ਆ, ਪਰ ਲੱਗਦਾ ਸੁਪਰੀਮ ਕੋਰਟ ਦੇ ਵਿੱਚ ਬਹਿਸ ਸੁਣਵਾਈ ਹੋਊ ਜ਼ਰੂਰ। ਨਹੀਂ ਹੋਊਗੀ, ਜੇ ਹੋਊਗੀ ਤੇ ਵੇਚਾ ਵੀ ਪਊਗਾ ਐਂਡ ਉੱਥੇ ਉਹ ਗੱਲ ਦੁਬਾਰਾ ਆਊਗੀ ਕਿ ਵੀ ਚਲੋ ਠੀਕ ਹੈ ਜੀ, ਇੱਕ ਬੰਦਾ ਤੁਸੀਂ ਰੱਖਿਆ, ਉਹ ਅਸਤੀਫਾ ਦੇ ਗਿਆ, ਤੁਸੀਂ ਕਹਿੰਦੇ ਚਲਾ ਗਿਆ, ਹੋਰ ਬੰਦੇ ਤੁਸੀਂ ਸਲਾਹਕਾਰ ਰੱਖੇ ਨੇ, ਉਹਨਾਂ ਕੋਲੋਂ ਸਲਾਹ ਨਹੀਂ ਲਈ। ਮੈਨੂੰ ਇਹ ਜਾਪਦਾ ਵੀ ਪਿਛਲੇ 4.5 ਸਾਲਾਂ 'ਚ ਨਾ ਉਹ ਸਲਾਹਕਾਰਾਂ ਨੇ ਸਿਰਫ ਕਾਰਾਂ ਵਰਤੀਆਂ ਤੇ ਸਲਾਹ ਦੇਣਾ ਭੁੱਲ ਗਏ। ਉਹ ਵੀ ਮਾਰੇ ਕੋਈ ਸਲਾਹ ਵੀ ਦੇਣੀ ਸੀ ਕਿਸੇ ਨੂੰ, ਹੈ ਨਾ। ਉਹ ਜਿਹੜਾ ਕਾਰਾਂ ਵਰਤਣ ਤੋਂ ਬਾਅਦ ਤੇ ਸਲਾਹਾਂ ਭੁੱਲ ਜਾਣ ਦਾ ਕਰਕੇ ਇਹ ਇਸ ਵਕਤ ਪੇਚ ਫਸਿਆ। ਪਰ ਜਿਹੜੀ ਦੂਜੀ ਚਰਚਾ ਕਿ ਵੀ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਸਾਹਿਬ ਜਿਹੜੇ ਨੇ ਉਹ ਹੁਣ ਕਾਂਗਰਸ ਪਾਰਟੀ 'ਚ ਐਜ਼ ਏ ਲੀਡਰ ਆ ਜਾਣ, ਕਿਉਂਕਿ ਉੱਪਰਲੀ ਜਿਹੜੀ ਹਾਈ ਕਮਾਂਡ ਹੈ ਉੱਥੇ ਚਰਚਾ ਹੋ ਗਈ ਹੈ ਵੀ ਨਹੀਂ ਬਹੁਤ ਲੋੜ ਹੈ ਪੀਕੇ ਸਾਹਿਬ ਕਰੋ ਕੁਛ, ਸੋਚੋ ਕਿਹੜਾ ਅਹੁਦਾ ਚਾਹੀਦਾ, ਆਪਾਂ ਦੇ ਦਿੰਦੇ ਹਾਂ, ਵਾਗਡੋਰ ਸੰਭਾਲੋ ਕਾਂਗਰਸ ਪਾਰਟੀ ਦੀ। ਹੁਣ ਜੇ ਇਹ ਇੱਦਾਂ ਹੀ ਆ, ਮੈਂ ਨਹੀਂ ਕਹਿੰਦਾ ਵੀ ਇੱਦਾਂ, ਪਰ ਜਿੱਦਾਂ ਦੀ ਚਰਚਾ ਉਹਦੇ ਹਿਸਾਬ ਨਾਲ ਆਪਣਾ ਮੰਨ ਲਈਏ ਵੀ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਪਾਰਟੀ ਦੇ ਲੀਡਰ, ਹਾਲਾਂਕਿ ਬਣਨਾ ਨਹੀਂ ਉਸ ਬੰਦੇ ਨੇ, ਮੈਨੂੰ ਯਕੀਨ ਆ, ਕਿਉਂ ਆਪਾਂ ਫਿਰ ਗੱਲ ਕਰ ਲਾਂਗੇ। ਦੂਜੀ ਗੱਲ ਮੈਨੂੰ ਇਹ ਯਾਦ ਹੈ ਜੀ, ਪ੍ਰਸ਼ਾਂਤ ਕਿਸ਼ੋਰ ਵਰਗਾ ਬੰਦਾ ਉਹ ਕਹਿੰਦਾ ਵੀ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਸਕਦਾ, ਤੇ ਜਦੋਂ ਖੁਦ ਲੀਡਰ ਹੋਊਗਾ ਤੇ ਕਾਂਗਰਸ ਪਾਰਟੀ ਦਾ ਚਿਹਰਾ ਹੋਊਗਾ ਤੇ ਫਿਰ ਰਾਹੁਲ ਗਾਂਧੀ ਸਾਹਿਬ ਨੂੰ ਪ੍ਰਧਾਨ ਮੰਤਰੀ ਕੌਣ ਬਣਾਊਗਾ? ਦੇਖੋ ਇੱਕ ਗੱਲ ਤਾਂ ਸੰਧਾਲੀਆ ਸਾਹਿਬ ਬਹੁਤ ਕਲੀਅਰ ਹੈ ਕਿ ਜਦੋਂ ਤੁਸੀਂ ਕਿਸੇ ਕੁਰਸੀ ਤੇ ਬੈਠਦੇ ਹੋ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਨਿਰਧਾਰਤ ਹੁੰਦੀਆਂ। ਜੇ ਕੁਰਸੀ ਤੇ ਨਹੀਂ ਬੈਠਦੇ ਤਾਂ ਭਾਵੇਂ ਕੁਰਸੀ ਤੇ ਬੈਠਣ ਵਾਲੇ ਬੰਦੇ ਤੋਂ ਕੰਮ ਸਾਰੇ ਹੀ ਤੁਸੀਂ ਕਰਾਓ, ਪਰ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ ਹੁੰਦੀ। ਪ੍ਰਸ਼ਾਂਤ ਕਿਸ਼ੋਰ ਇਦਾਂ ਦਾ ਬੰਦਾ, ਤੁਹਾਨੂੰ ਪਤਾ ਹੋਣਾ ਜਨਤਾ ਦਲ ਯੂਨਾਈਟਿਡ ਚੋਂ ਬੰਦਾ ਗਿਆ ਸੀ, ਉੱਥੇ ਜਨਤਾ ਦਲ ਯੂਨਾਈਟਿਡ ਦਾ ਨਿਤਿਸ਼ ਕੁਮਾਰ ਨੇ ਉਹਨੂੰ ਮੀਤ ਪ੍ਰਧਾਨ ਬਣਾਇਆ ਸੀ। ਉਦੋਂ ਉਹਨੇ ਦਾਅਵਾ ਕੀਤਾ ਸੀ ਕਿ ਮੈਂ ਇੰਨੇ ਦਿਨਾਂ ਦੇ ਵਿੱਚ 10 ਲੱਖ ਬਿਹਾਰ ਦੇ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜੋੜੂੰਗਾ। ਬਾਅਦ ਵਿੱਚ ਉਹ ਛੱਡ ਕੇ ਬੰਗਾਲ ਚਲੇ ਗਿਆ। ਬੰਗਾਲ ਦੇ ਵਿੱਚ ਅਜੇ ਐਲਾਨ ਕੀਤਾ ਹੀ ਸੀ ਕਿ ਮੈਂ ਹੁਣ ਇਹ ਕੰਮ ਨਹੀਂ ਕਰਨਾ, ਮੈਂ ਹੁਣ ਇਦਾਂ ਦੀ ਸਰਗਰਮੀ ਛੱਡ ਦੇਣੀ, ਟੀਮ ਕੰਮ ਕਰਦੀ ਰਹੂਗੀ। ਥੋੜੇ ਦਿਨਾਂ ਦੇ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਬਣ ਗਿਆ। ਉਹਦੇ ਤੋਂ ਬਾਅਦ ਇਹ ਕਹਿ ਦਿੱਤਾ ਸੀ ਸਰਗਰਮੀ ਛੱਡ ਦਿੱਤੀ ਆ, ਪਰ ਸ਼ਰਦ ਪਵਾਰ ਨੂੰ ਮਿਲ ਆਉਂਦਾ ਸੀ, ਫਿਰ ਗਾਂਧੀ ਪਰਿਵਾਰ ਨੂੰ ਮਿਲ ਆਉਂਦਾ ਸੀ, ਕੇਜਰੀਵਾਲ ਨੂੰ, ਹਾਂ ਕੇਜਰੀਵਾਲ ਨੂੰ ਵੀ। ਅੱਜ ਤੱਕ ਉਸ ਬੰਦੇ ਨੇ ਇਸ ਗੱਲ ਤੋਂ ਡਿਨਾਈ ਨਹੀਂ ਕੀਤਾ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਮੈਂ ਕਾਂਗਰਸ ਪਾਰਟੀ ਜਾਣਾ ਨਹੀਂ। ਮੈਨੂੰ ਲੱਗਦਾ ਉਹ ਜਾ ਸਕਦਾ, ਉਹਦਾ ਕਾਰਨ ਦੱਸਦਾ। ਉਹਨੇ ਜਾਣ ਦਾ ਆਧਾਰ ਵੀ ਤਿਆਰ ਕਰ ਲਿਆ। ਇਸ ਵੇਲੇ ਤੁਸੀਂ ਦੇਖੋ ਕਿ ਬੀਤੇ ਕੱਲ ਹੋਇਆ ਕੀ ਹੈ, ਕਾਂਗਰਸ ਪਾਰਟੀ ਦਾ ਯੂਥ ਵਿੰਗ, ਉਹ ਯੂਥ ਜਿਹਨੇ ਚੱਕਰੀ ਘਮਾਉਣੀ ਹੁੰਦੀ ਇਲੈਕਸ਼ਨ ਦੀ, ਉਹ ਅਚਾਨਕ ਪਾਰਲੀਮੈਂਟ ਦੇ ਮੂਹਰੇ ਆਉਂਦਾ ਹੈ ਸੰਸਦ ਨੂੰ ਘੇਰਨ ਦੇ ਲਈ, ਕਿਸ ਮੁੱਦੇ ਤੇ? ਖੇਤੀ, ਮਹਿੰਗਾਈ, ਜਸੂਸੀ ਦੇ ਮੁੱਦੇ ਤੇ। ਤੁਸੀਂ ਯੂਥ ਵਿੰਗ ਕਾਂਗਰਸ ਦਾ ਕਦੋਂ ਦੇਖਿਆ ਸੀ ਆਖਰੀ ਵਾਰੀ ਸਰਗਰਮ? ਅਚਾਨਕ ਯੂਥ ਵਿੰਗ ਮੂਹਰੇ ਆਉਂਦਾ ਹੈ, ਰਾਹੁਲ ਗਾਂਧੀ ਉਹਨੂੰ ਸੰਬੋਧਨ ਕਰਦੇ ਆ, ਚਾਰੇ ਪਾਸੇ ਖਬਰਾਂ ਲੱਗਦੀਆਂ। ਉਹਦੇ ਤੋਂ ਪਹਿਲਾਂ ਰਾਹੁਲ ਗਾਂਧੀ ਟਰੈਕਟਰ ਤੇ ਆਉਂਦੇ ਆ, ਉਹਦੇ ਤੋਂ ਬਾਅਦ ਰਾਹੁਲ ਗਾਂਧੀ ਸਾਈਕਲ ਤੇ ਆਉਂਦੇ ਆ। ਉਹਦੇ ਦਰਮਿਆਨ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਕਿ ਪਹਿਲਾਂ ਕਹਿੰਦੀਆਂ ਸੀ ਨਾ ਸੋਨੀਆ ਗਾਂਧੀ ਹੋਵੇ ਤਾਂ ਅਸੀਂ ਮੰਨ ਸਕਦੇ ਹਾਂ, ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਨਹੀਂ, ਛੋਟਾ ਹੈ, ਅਜੇ ਸੀਨੀਅਰ ਲੀਡਰ ਨਹੀਂ ਹੈ, ਅਸੀਂ ਉਹਦੇ ਅਧੀਨ ਨਹੀਂ ਕੰਮ ਕਰਨਾ। ਪਰ ਹੁਣ 16 ਖੇਤਰੀ ਪਾਰਟੀਆਂ ਉਸ ਮੀਟਿੰਗ ਦੇ ਵਿੱਚ ਜਾ ਕੇ ਬੈਠਦੀਆਂ, ਜਿਸ ਮੀਟਿੰਗ ਦੀ ਅਗਵਾਈ ਰਾਹੁਲ ਗਾਂਧੀ ਕਰਦੇ ਆ। ਉਹਦੇ ਤੋਂ ਬਾਅਦ ਦੇਖੋ ਅੱਜ ਉਮੀਦ ਹੈ ਅਜੇ ਆਖਰੀ ਫੈਸਲਾ ਹੋਣਾ ਹੈ ਕਿ ਜਿਹੜੇ ਜੰਤਰ ਮੰਤਰ ਦੇ ਉੱਤੇ ਕਿਸਾਨ ਜਥੇਬੰਦੀਆਂ ਆਪਦੀ ਪਾਰਲੀਮੈਂਟ ਲਾ ਕੇ ਬੈਠਦੀਆਂ, ਉੱਥੇ 14-15 ਸਿਆਸੀ ਪਾਰਟੀਆਂ ਦੇ ਐਮਪੀ ਜੰਤਰ ਮੰਤਰ ਦੇ ਕੋਲੇ ਜਾਣਗੇ, ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਮੁੱਦੇ ਤੇ ਪ੍ਰਦਰਸ਼ਨ ਕਰਨਗੇ ਤੇ ਰਾਹੁਲ ਗਾਂਧੀ ਉਹਦੀ ਅਗਵਾਈ ਕਰ ਸਕਦੇ ਆ। ਰਾਹੁਲ ਗਾਂਧੀ ਨੂੰ ਅੱਜ ਤੱਕ ਨਹੀਂ ਚੇਤਾ ਆਇਆ ਸੀ ਕਿ ਦਿੱਲੀ 'ਚ ਮੈਂ ਟਰੈਕਟਰ ਤੇ ਜਾ ਸਕਦਾ, ਸਾਈਕਲ ਤੇ ਜਾ ਸਕਦਾ, ਯੂਥ ਵਿੰਗ ਦੀ ਅਗਵਾਈ ਕਰ ਸਕਦਾ, ਜੰਤਰ ਮੰਤਰ ਤੇ ਜਾ ਸਕਦਾ। ਇਹ ਸਾਰੀਆਂ ਗੱਲਾਂ ਜੋ ਕੁਝ ਦੱਸ ਰਹੀਆਂ, ਜਿੱਦਾਂ ਸੰਕੇਤ ਦੇ ਰਹੀਆਂ, ਦਾ ਮਤਲਬ ਕਿ ਪ੍ਰਸ਼ਾਂਤ ਕਿਸ਼ੋਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੂਸਰਾ, ਹੁਣ ਜੇ ਕੋਈ ਬੰਦਾ ਆਖੇ ਕਿ ਭਾਈ ਰਾਹੁਲ ਗਾਂਧੀ ਨੇ ਪ੍ਰਧਾਨ ਬਣ ਜਾਣਾ ਤਾਂ ਫਿਰ ਉਹਦੀ ਕੀ? ਉਹ ਬੰਦਾ ਤਾਂ ਜ਼ਿੰਮੇਵਾਰੀ ਕਦੇ ਨਹੀਂ ਕੋ ਲੈਂਦਾ। ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉਹਨੇ ਮੁੱਖ ਮੰਤਰੀ ਬਣਾਇਆ, ਸਾਰੇ ਪਾਸੇ ਚਰਚਾ, ਪਰ ਯੂਪੀ ਦੇ ਵਿੱਚ ਉਹਦੀ ਅਗਵਾਈ 'ਚ ਹੀ ਕਾਂਗਰਸ ਪਾਰਟੀ ਹਰਦੀ ਹੈ, ਉਹਦੀ ਕੋਈ ਚਰਚਾ ਨਹੀਂ। ਉੱਥੇ ਕਹਿੰਦੇ ਜੀ ਪ੍ਰਿਯੰਕਾ ਗਾਂਧੀ ਤੋਂ ਹਾਰ ਹੋਊਗੀ ਕਾਂਗਰਸ ਦੀ। ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਸਲਾਹਕਾਰ ਕਮੇਟੀ ਬਣੂ,
ਉਹ ਸਲਾਹਕਾਰ ਕਮੇਟੀ ਸਿੱਧੀ ਬੀਬੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਸੰਪਰਕ 'ਚ ਹੋਏਗੀ। ਉਹਦੀਆਂ ਸਲਾਹਾਂ ਦੇ ਮੁਤਾਬਕ ਹੀ ਪਾਰਟੀ 'ਚ ਨਿਯੁਕਤੀਆਂ ਹੋਣਗੀਆਂ। ਉਹਦੀਆਂ ਸਲਾਹਾਂ ਦੇ ਮੁਤਾਬਕ ਹੀ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਨਿਰਧਾਰਿਤ ਕੀਤੇ ਜਾਣਗੇ। ਤੇ ਵਿੱਚ ਵਿਚਾਲੇ ਤਾਂ ਚਰਚਾ ਇਹ ਵੀ ਚੱਲਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਵੱਡੇ ਵਿਰੋਧ ਦੇ ਬਾਵਜੂਦ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਕਈਆਂ ਬੰਦਿਆਂ ਦੀ ਨਾਰਾਜ਼ਗੀ ਸਹਿਣ ਦੇ ਬਾਵਜੂਦ, ਨਹੀਂ ਤਾਂ ਅੱਜ ਤੱਕ ਕਿਤੇ ਗਾਂਧੀ ਪਰਿਵਾਰ ਨੇ ਸਿੱਧੂ ਨੂੰ ਕੈਪਟਨ ਸਾਹਿਬ ਦੀ ਵਿਰੋਧਤਾ ਦੇ ਬਾਵਜੂਦ ਕਿੱਡੀ ਕੁਰਸੀ ਦਿੱਤੀ। ਜੇ ਕੈਪਟਨ ਸਾਹਿਬ ਦੀਆਂ ਬਾਰ-ਬਾਰ ਸ਼ਰਤਾਂ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਆਪਣੇ ਰਾਹ ਤੇ ਤੁਰਿਆ, ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਇਸ ਸਕੀਮ ਤੇ ਚੱਲ ਪਿਆ ਕਿ ਭਾਈ ਇੱਕ ਸਲਾਹਕਾਰ ਬੋਰਡ ਹੋਏਗਾ, ਦੇਰ ਸਵੇਰ ਮੈਂ ਉਹਦੇ ਵਿੱਚ ਹੋਊਂਗਾ, ਉਹ ਸਿੱਧਾ ਗਾਂਧੀ ਪਰਿਵਾਰ ਦੇ ਨਾਲ ਤਾਲਮੇਲ ਦੇ ਵਿੱਚ ਹੋਏਗਾ ਤੇ ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵਰਗੇ ਕੁਝ ਲੀਡਰ ਸਾਰੇ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਪ੍ਰਚਾਰ ਦੇ ਲਈ ਐਨ ਤਿਆਰ ਕਰਕੇ ਰੱਖੇ ਜਾਣਗੇ। ਤੇ ਉਹਦੇ ਤੋਂ ਬਾਅਦ ਫਿਰ ਜੇ ਮੰਨ ਲਓ ਕਿ ਦੇਸ਼ ਦੇ ਵਿੱਚ ਕੋਈ ਐਸੀ ਗੱਲ ਚੱਲਦੀ ਹੈ ਕਿ ਭਾਰਤੀ ਜਨਤਾ ਪਾਰਟੀ ਮਹਿੰਗਾਈ, ਜਸੂਸੀ ਜਾਂ ਖੇਤੀ ਕਿਸੇ ਵੀ ਮੁੱਦੇ ਤੇ ਥੋੜੀ ਡਾਊਨ ਆਉਂਦੀ ਹੈ, ਅਗਲਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੂਗਾ। ਦੇਸ਼ ਦੇ ਵਿੱਚ ਜੋ ਮਰਜ਼ੀ ਕਰ ਲਓ, ਜਿੰਨੇ ਬੰਦੇ ਨੇ। ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਤੁਸੀਂ ਥੋੜੀ ਜਿਹੀ ਬ੍ਰੇਕ ਲਾਓ। ਆਓ, ਤੁਹਾਡੀਆਂ ਗੱਲਾਂ ਸਾਰੀਆਂ ਨਾਲ ਮੈਂ ਸਹਿਮਤ ਹਾਂ। ਠੀਕ ਹੈ। ਮੈਂ ਇਸ ਕਰਕੇ ਕਹਿੰਦਾ ਸੀ ਵੀ ਉਹ ਕਾਂਗਰਸ ਪਾਰਟੀ 'ਚ ਉਹਨੂੰ ਜਾਣ ਦੀ ਲੋੜ ਕੀ ਹੈ? ਆਹੀ ਕੰਮ ਦੇ ਤੋਂ ਪੈਸੇ ਲੈਂਦਾ। ਜੀ। ਮੰਨ ਲਓ ਮੈਂ ਆ, ਮੈਨੂੰ ਤੁਸੀਂ ਅੱਜ ਦੀ ਡੇਟ 'ਚ ਆਖੋ ਵੀ ਆਹ ਲਓ ਜੀ, ਆਹ ਤੁਹਾਡੇ ਪੈਸੇ, ਤੁਸੀਂ ਕੰਮ ਆਹ ਕਰਨਾ। ਹੁਣ ਮੈਂ ਕਹਿੰਦਾ ਵੀ ਆਹ ਤਾਂ ਬਹੁਤ ਵਧੀਆ ਭਾਈ ਸਾਹਿਬ, ਮੈਨੂੰ ਇਸ ਕੰਮ ਦੇ ਪੈਸੇ ਮਿਲਦੇ, ਮੈਂ ਕਰੀ ਜਾਂਦਾ। ਅਚਾਨਕ ਤੋਂ ਬੰਦਾ ਮੈਨੂੰ ਆਖੇ ਵੀ ਨਹੀਂ, ਇਦਾਂ ਨਹੀਂ, ਆਪਾਂ ਨਾ ਤੈਨੂੰ ਇੱਕ ਕਾਗਜ਼ ਲਿਖ ਕੇ ਦਿੰਨੇ ਆ ਵੀ ਤੂੰ ਹੁਣ ਸਾਡਾ ਮੈਂਬਰ ਆ, ਤੈਨੂੰ ABC ਕੋਈ ਫਰਲਾ ਲਾ ਦਿੰਨੇ ਆ, ਕੋਈ ਪੀਪਾ ਬੰਨ੍ਹ ਦਿੰਨੇ ਤੇਰੇ ਮਗਰ, ਤੂੰ ਫਲਾਨਾ ਪ੍ਰਧਾਨ ਹੈ, ਇੱਕ ਦਫ਼ਤਰ ਦੇ ਦਿੰਨੇ, ਕੋਠੀ ਦੇ ਦਿੰਨੇ, ਮੀਟਿੰਗ ਸੱਦ ਕੇ ਤੁਸੀਂ ਉਸ ਹਿਸਾਬ ਨਾਲ ਗੱਲਾਂ ਕਰਿਆ ਕਰੋ, ਤੁਸੀਂ ਸਾਡੀ ਪਾਰਟੀ ਦੇ ਲੀਡਰ ਬਣ ਜਾਓ। ਫਿਰ ਮੈਂ ਆਖਿਆ ਵੀ ਮੈਂ ਲੀਡਰ ਤੇ ਬਣ ਜਾਊਂ ਤੇ ਮਾਰਾ ਖਰਚਾ ਥੋੜਾ ਹੋਣਾ, ਤੁਸੀਂ ਤਾਂ ਹੁਣ ਪਾਰਟੀ ਦੇ ਲੀਡਰ ਹੋ। ਫਿਰ ਜੇ ਤਾਂ ਮੈਂ ਵਪਾਰੀ ਸੋਚਦਾ ਬੰਦਾ, ਕਿਉਂਕਿ ਮੈਨੂੰ ਅਜੇ ਤਾਂ ਗੱਲ ਕਲੀਅਰ ਹੋਈ ਨਹੀਂ, ਪਰ ਪਿਛਲੀਆਂ ਗੱਲਾਂ ਤਾਂ ਇਹੀ ਦੱਸਦੀਆਂ ਨਾ ਵੀ ਬੰਦਾ ਕਦੀ ਕਿਸੇ ਪਾਰਟੀ ਨਾਲ ਸੌਦਾ ਕਰਦਾ, ਕਦੀ ਕਿਸੇ ਨਾਲ ਕਰਦਾ, ਕਿਸੇ ਨਾਲ ਕਰਦਾ, ਤੇ ਕੰਮ ਉਹਦਾ ਇਹ ਆ ਵੀ ਰਣਨੀਤੀ ਘੜਨੀ, ਉਸ ਪਾਰਟੀ ਨੂੰ ਜਿਤਾਉਣਾ ਤੇ ਨਿਕਲ ਜਾਣਾ। ਹੁਣ ਜੇ ਤੇ ਕਾਂਗਰਸ ਪਾਰਟੀ ਪੈਸੇ ਦੇ ਕੇ ਕਰਾ ਲਵੇ ਕੰਮ, ਤਾਂ ਵੀ ਉਹੀ ਕਰਨਾ। ਤੇ ਜੇ ਕਾਂਗਰਸ ਪਾਰਟੀ ਆਖੇ ਵੀ ਤੈਨੂੰ ਅਸੀਂ ਲੀਡਰ ਬਣਾ ਲੈਨੇ ਆਪਣਾ, ਤੇ ਕੰਮ ਉਹਨੇ ਫਿਰ ਵੀ ਉਹੀ ਕਰਨਾ। ਮੈਨੂੰ ਸਮਝ ਨਹੀਂ ਆਈ ਵੀ ਉਹਨੂੰ ਲੀਡਰ ਬਣ ਕੇ ਫਾਇਦਾ ਕੀ ਹੋਊ। ਮੈਂ ਦੱਸਦਾ, ਬਹੁਤ ਸਾਰੇ ਮੀਡੀਆ ਅਦਾਰੇ ਹੁੰਦੇ ਸੀ ਤੇ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਦੀ ਲੋੜ ਪੈਂਦੀ ਸੀ, ਮਿਹਨਤ ਤਰਲਾ ਕਰ, ਕਦੇ ਇੱਧਰੋਂ ਕੰਨ ਫੜ, ਕਦੇ ਉੱਧਰੋਂ ਕੰਨ ਫੜ। ਉਹਨਾਂ ਨੇ ਆਪਣੇ ਟੀਵੀ ਚੈਨਲ ਖੋਲ੍ਹ ਲੈਣ, ਆਪਣੇ ਮੀਡੀਆ ਅਦਾਰੇ ਬਣਾ ਲਿਆ, ਕਹਿੰਦੇ ਲੋੜ ਹੀ ਨਹੀਂ ਇਹਦੇ ਤੋਂ ਬਿਨਾਂ। ਆਮ ਤੌਰ ਤੇ ਪਿੰਡਾਂ ਦੇ ਵਿੱਚ ਸਰਪੰਚ ਹੁੰਦੇ ਆ, ਲੰਬੜਦਾਰ ਹੁੰਦੇ ਆ, ਤੁਹਾਡੇ ਵਰਗੇ ਬੰਦੇ ਵਧੀਆ ਵੱਡੇ, ਉਹ ਬੰਦਿਆਂ ਨੂੰ ਆਪ ਦੀ ਕੁਰਸੀ ਮਿਲ ਜਾਂਦੀ ਹੈ। ਉਹਨਾਂ ਨੂੰ ਕੀ ਤੰਗੀ ਹੈ? ਕਈ ਵਾਰੀ ਇਸੇ ਗੱਲੋਂ ਲੜਾਈ ਹੋ ਜਾਂਦੀ ਹੈ ਕਿ ਮੈਂ ਤਾਂ ਬੈਠੇ, ਫਲਾਨਾ ਨਾ ਬੈਠੇ ਮੇਰੇ ਲਾਗੇ ਆ ਕੇ, ਬਸ ਆਪਦੀ ਕੁਰਸੀ ਮਿਲੀ ਹੈ, ਭਲੇ ਮਾਨਸੋ ਕੋਈ ਨਹੀਂ। ਪ੍ਰਸ਼ਾਂਤ ਕਿਸ਼ੋਰ ਨੂੰ ਸਿਆਸੀ ਮਸ ਹੈਗੀ ਹੈ, ਜੇ ਨਾ ਹੁੰਦੀ ਤਾਂ ਉਹ ਕਦੇ ਵੀ ਜਨਤਾ ਦਲ ਯੂਨਾਈਟਿਡ 'ਚ ਨਾ ਜਾਂਦਾ, ਜੇ ਨਾ ਹੁੰਦੀ ਤਾਂ ਇਸ ਤਰੀਕੇ ਦੀਆਂ ਮੀਟਿੰਗਾਂ ਨਾ ਕਰਦਾ। ਅਸਲ ਦੇ ਵਿੱਚ ਉਹਨੂੰ ਇਹ ਪਤਾ ਹੈ ਕਿ ਮੈਂ ਪਹਿਲਾਂ ਮੰਡੀ ਦੇ ਵਿੱਚ ਗਿਆ ਸੀ, ਜਦੋਂ ਮੰਡੀ ਦੇ ਵਿੱਚ ਗਿਆ ਤੇ ਮੈਂ ਦੇਖਿਆ ਕਿ ਭਾਈ ਉੱਥੇ ਤਾਂ 20-25 ਟਰਾਲੀਆਂ ਵਿਕਣ ਆਈਆਂ ਤੇ ਮੈਂ ਜਨਤਾ ਦਲ ਯੂਨਾਈਟਿਡ ਦਾ ਇੱਕ ਗੱਡਾ ਜਿਹਾ ਲਈ ਫਿਰਦਾ। ਇਹਦੇ ਨਾਲ ਚੰਗਾ ਨਹੀਂ ਕਿ ਭਲਕ ਨੂੰ ਸੌਦਾ ਮਾਰਨਾ ਸੌਖਾ, ਕਿਉਂਕਿ ਵਪਾਰੀ ਬੰਦਾ ਹੈ, ਉਹਨੇ ਕੀ ਪਤਾ ਕਿਹੜੇ ਵੇਲੇ ਕਿੱਦਾਂ ਦਾ ਸੌਦਾ ਮਾਰ ਜਾਣਾ। ਇੱਕ ਬੰਦੇ ਦੇ ਕੋਲੇ ਦੇਸ਼ ਦੀ ਸਭ ਤੋਂ ਪੁਰਾਣੀ ਤੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਦੀਆਂ ਪਾਲਿਸੀਜ਼ ਹੋਣ, ਬੰਦੇ ਕਿੱਥੋਂ ਲਿਆਉਣੇ ਆ, ਕਿ ਇਹਨਾਂ ਨੂੰ ਟਿਕਟਾਂ ਦਵਾਉਣੀਆਂ, ਕਿਹੜੀ ਰਣਨੀਤੀ ਬਣਾਉਣੀ, ਉਹ ਸਾਰਾ ਕੁਝ ਹੋਵੇ, ਸੌਦਾ ਮਾਰਨਾ ਕਿੰਨਾ ਸੌਖਾ। ਕਿੱਥੇ 543 ਲੋਕ ਸਭਾ ਹਲਕਿਆਂ ਦੇ ਵਿੱਚੋਂ ਘੱਟੋ ਘੱਟ 450 ਹਲਕਿਆਂ 'ਚ ਟਿਕਟਾਂ ਦੇਣੀਆਂ, ਕਿਹਨੂੰ ਹਰਾਉਣਾ, ਕਿਹਨੂੰ ਜਿਤਾਉਣਾ, ਕਿੱਧਰੋਂ ਕੀ ਕੁਝ ਕਰਾਉਣਾ ਹੈ। 400 ਤੋਂ ਵੱਧ ਹਲਕਿਆਂ ਦੇ ਵਿੱਚ ਜੇ 3-3 ਬੰਦੇ ਵੀ ਕਾਂਗਰਸ ਪਾਰਟੀ ਦੇ ਸੰਪਰਕ ਕਰਨਗੇ, ਵੈਸੇ ਗੱਲ ਹੀ ਕਰਦਾ ਕਿ ਭਾਈ ਟਿਕਟ ਸਾਡੀ ਆ, ਮੂਰਲੇ ਬੰਦੇ ਵੀ ਤਾਂ ਸੰਪਰਕ ਕਰਨਗੇ। ਨਹੀਂ ਹੋ ਸਕਦਾ, ਚਲੋ ਇਹ ਤਾਂ ਸਮਾਂ ਦੱਸੂਗਾ। ਤੁਸੀਂ ਆਪਣੀ ਗੱਲ ਕਰਤੀ, ਮੈਂ ਆਪਣੀ ਕਰ ਲਈ, ਕਿਉਂਕਿ ਮੈਨੂੰ ਇਹ ਲੱਗਦਾ ਵੀ ਬਾਪ ਬੜਾ ਨਾ ਭਈਆ ਤੇ ਸਭ ਤੋਂ ਬੜਾ ਰੁਪਈਆ ਵਾਲੀ ਕੰਮ ਇਸ ਵਕਤ ਚੱਲਦਾ ਇੰਡੀਆ 'ਚ। ਉਹ ਜਿਹਨੂੰ ਰੁਪਈਏ ਦੇ ਨਾਲ ਉਹ ਕੰਮ ਕਰਨ ਨੂੰ ਮਿਲਦਾ, ਉਹਨੇ ਕਿਉਂ ਕਰਨਾ। ਪਰ ਜੇ ਤੁਹਾਡੀ ਗੱਲ ਸਹੀ ਹੋ ਜਾਂਦੀ ਹੈ ਵੀ ਮੰਨ ਲਓ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਪਾਰਟੀ 'ਚ ਚਲੇ ਜਾਂਦਾ, ਤੇ ਫਿਰ ਪੰਜਾਬ ਦੀ ਕਿਸੇ ਵੱਡੀ ਸਾਰੀ ਦੁਕਾਨ ਤੋਂ ਨੀਲੇ ਰੰਗ ਦੀ ਪੱਗ ਖਰੀਦੀ ਜਾਣੀ ਹੈ, ਉਹਨੂੰ ਵਿਚਾਲਿਓਂ ਐ ਕੱਟ ਕੇ ਤੇ ਸੀਣ ਮਰਾਉਣੀ ਆ, 6.5 ਮੀਟਰ ਲੈ ਲੈਣ, 7 ਮੀਟਰ ਲੈ, ਪਹਿਲਾਂ ਧੋ ਪਾਉਣਾ ਇੱਕ ਵਾਰੀ, ਮੁੜ ਕੇ ਸੁੰਗੜ ਦਾ ਖੇਰ। ਨਹੀਂ ਉਹ ਕਰਕੇ ਉਸ ਤੋਂ ਬਾਅਦ ਹੋ ਸਕਦਾ ਵੀ ਸੁਨੀਲ ਕਾਨੂੰਗੋਲੂ ਸਾਹਿਬ ਦੇ ਸਿਰ ਤੇ ਵੀ ਵੱਜ ਜਾਵੇ। ਵਾਹ ਜੀ। ਹੁਣ ਤੁਸੀਂ ਕਹਿਣਾ ਵੀ ਸੁਨੀਲ ਕਾਨੂੰਗੋਲੂ ਕੌਣ? ਜਿੱਦਾਂ ਹੁਣ PK ਸਾਹਿਬ ਕਾਂਗਰਸ ਪਾਰਟੀ ਨਾਲ ਨੇ, ਇਦਾਂ SK ਸਾਹਿਬ ਸ਼੍ਰੋਮਣੀ ਅਕਾਲੀ ਦਲ ਨਾਲ ਨੇ। ਹੁਣ ਜੇ ਸਭ ਤੋਂ ਪੁਰਾਣੀ ਪਾਰਟੀ ਦੇਖਿਆ ਜਾਵੇ ਤਾਂ ਕਾਂਗਰਸ 135-36 ਤੇ 100 ਸਾਲ ਪੁਰਾਣੀ ਪਾਰਟੀ ਦੂਜੇ ਨੰਬਰ ਦੀ ਤੇ ਅਕਾਲੀ ਦਲ ਵੀ ਹੈ। ਇਹ ਵੀ ਹੈਗੀ। ਇਹ ਨਾ ਹੋਵੇ ਵੀ ਸੁਖਬੀਰ ਬਾਦਲ ਸਾਹਿਬ ਵੀ ਬਾਅਦ ਚ ਆਖਦੇ ਵੀ ਛੱਡੋ ਖੜਾ, ਹੁਣ ਮਹਾਰਾਜ ਸੁਨੀਲ ਜੀ ਕੀ ਕਰਦੇ ਹੋ, ਉਹ ਦੇਖੋ PK ਸਾਹਿਬ ਉਧਰ ਚੱਲ ਗਏ ਨੇ, ਉਹ ਵੀ ਤੇ ਰਣਨੀਤੀ ਘੜਦੇ ਸੀ। ਤੁਸੀਂ ਆਓ, ਤੁਸੀਂ ਦੱਸੋ ਵੀ ਕਿਹੜੇ ਜ਼ਿਲ੍ਹੇ ਦੀ ਜਥੇਦਾਰੀ ਦੇਈਏ, ਤੈਨੂੰ ਹਲਕਾ ਪ੍ਰਧਾਨ ਬਣਾਈਏ, ਕਿੱਥੋਂ ਬਣਾਉਣਾ। ਹੋ ਸਕਦਾ ਜੇ ਰਣਨੀਤੀ ਘਾੜੇ ਪੈਸੇ ਲੈਣ ਦੀ ਜਾਂ ਪੋਲੀਟੀਕਲ ਪਾਰਟੀਆਂ ਜੁਆਇਨ ਕਰਨ ਲੱਗ ਪਣ ਤੇ ਫਿਰ ਇਹੋ ਹੀ ਹੋਊਗਾ। ਨਹੀਂ, ਸੰਭਾਵਨਾ ਤਾਂ ਇਦਾਂ ਦੀ ਲੱਗਦੀ ਹੈ ਸੰਧਾਲੀਆ ਸਾਹਿਬ। ਬਾਕੀ
ਉਹਨਾਂ ਨੇ ਕੀ ਕਰਨਾ ਉਹ ਜਾਣਦੇ ਆ, ਪਰ ਇਹਦੇ ਨਾਲ ਹਾਲ ਦੀ ਘੜੀ ਮਸਲੇ ਹੱਲ ਹੁੰਦੇ ਨਹੀਂ ਜਾਪਦੇ। ਇਹ ਤਾਂ ਸਿਆਸੀ ਤੌਰ ਤੇ ਤਿਕੜਮਾਂ ਲੱਗਦੀਆਂ। ਹੁਣ ਪੰਜਾਬ ਦੇ ਵਿੱਚੋਂ ਨਾ ਇੱਕ ਬੜਾ ਅਜੀਬ ਜਿਹਾ ਮਸਲਾ ਸਾਹਮਣੇ ਆਇਆ, ਸਾਰਿਆਂ ਦੇ ਵੈਸੇ ਨਜ਼ਰ 'ਚ ਆ ਗਿਆ। ਨੂਰਮਹਿਲ ਦਾ ਇੱਕ ਵਿਅਕਤੀ ਹੈ, ਉਹਨੇ ਹੁਣ ਪਟੀਸ਼ਨ ਪਾਈ ਅਦਾਲਤ ਦੇ ਵਿੱਚ ਕਿ ਭਾਈ ਪੰਜਾਬ ਦੇ ਵਿੱਚ ਇੱਕ ਪਿੰਡ ਹੈ ਦਿਵਿਆਗ੍ਰਾਮ, ਪਿਛਲੇ 3-4 ਸਾਲਾਂ ਤੋਂ ਉਸ ਪਿੰਡ ਨੂੰ ਸਰਕਾਰੀ ਤੌਰ ਤੇ ਗ੍ਰਾਂਟਾਂ ਜਾਂਦੀਆਂ। ਸਰਕਾਰੀ ਕਾਗਜ਼ਾਂ ਦੇ ਵਿੱਚੋਂ ਜਦੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਜੀ ਉਸ ਪਿੰਡ ਦੇ ਵਿੱਚ 59 ਘਰ ਨੇ। ਜਦੋਂ ਸਰਕਾਰੀ ਕਾਗਜ਼ਾਂ ਦੇ ਵਿੱਚ ਪੁੱਛਿਆ ਗਿਆ, ਕਹਿੰਦੇ ਜੀ 2,59,000 ਰੁਪਈਆ ਮਨਰੇਗਾ ਸਕੀਮ ਦੇ ਤਹਿਤ ਜਿਹੜੇ ਉਸ ਪਿੰਡ ਦੇ ਬੰਦੇ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਵੀ ਦਿੱਤਾ। ਸਰਕਾਰੀ ਗ੍ਰਾਂਟਾਂ ਵੀ ਜਾਂਦੀਆਂ, 59 ਪਿੰਡ ਵੀ ਹੈ, 59 ਘਰ ਵੀ ਹੈਗੇ ਆ, ਤੇ 2,59,000 ਰੁਪਈਆ ਮਨਰੇਗਾ ਦੇ ਤਹਿਤ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਵੀ ਦਿੱਤਾ। 30 ਮਜ਼ਦੂਰ ਨੇ ਉਹ ਕਹਿੰਦੇ ਜਿਹੜੇ ਬੰਦੇ ਕਿਰਤੀ। ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਭਾਈ ਤਹਿਸੀਲਦਾਰ ਸਾਹਿਬ ਨੂੰ ਕਿ ਦੱਸੋ ਜੀ ਉਹ ਪਿੰਡ ਦੇ ਨਾਂ ਜ਼ਮੀਨ ਕਿੰਨੀ ਆ, ਕਹਿੰਦੇ ਜ਼ਮੀਨ ਤਾਂ ਹੈ ਨਹੀਂ। ਪਾਵਰਕਾਮ ਵਾਲਿਆਂ ਨੂੰ ਚਿੱਠੀ ਪਾ ਕੇ ਪੁੱਛਿਆ ਜੀ ਉਹਨਾਂ ਪਿੰਡ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਕਿੰਦੇ ਆ, ਬਿਜਲੀ ਦੇ ਕਨੈਕਸ਼ਨ ਤਾਂ ਹੈ ਨਹੀਂ, ਜ਼ਮੀਨ ਵੀ ਹੈ ਨਹੀਂ, ਬਿਜਲੀ ਦੇ ਕਨੈਕਸ਼ਨ ਵੀ ਹੈ ਨਹੀਂ, ਵੋਟਰ ਵੀ ਕੋਈ ਹੈ ਨਹੀਂ, ਪਰ ਸਰਕਾਰੀ ਕਾਗਜ਼ਾਂ 'ਚ ਪਿੰਡ ਹੈਗਾ ਜਿੱਥੇ 59 ਘਰ ਨੇ, ਜਿੱਥੇ ਲੋਕ ਰਹਿੰਦੇ ਆ ਸਰਕਾਰੀ ਕਾਗਜ਼ਾਂ 'ਚ। ਜਿਸ ਪਿੰਡ ਨੂੰ ਗ੍ਰਾਂਟਾਂ ਜਾਂਦੀਆਂ, ਜਿਸ ਪਿੰਡ ਦੇ ਵਿੱਚ ਮਨਰੇਗਾ ਸਕੀਮ ਤਹਿਤ 30 ਬੰਦੇ ਮਜ਼ਦੂਰੀ ਕਰਦੇ ਆ ਤੇ ਉਹਨਾਂ ਨੂੰ 2,59,000 ਰੁਪਈਆ ਵੀ ਚਲੇ ਗਿਆ, ਪਰ ਪਿੰਡ ਹੈ ਨਹੀਂ। ਹੁਣ ਅਗਲੇ ਮਹੀਨੇ ਦੀ ਇੱਕ ਤਰੀਕ ਨਿਰਧਾਰਿਤ ਕੀਤੀ ਹੈ, ਹਾਈ ਕੋਰਟ ਨੇ ਕਹਿਤਾ ਕਿ ਭਾਈ ਆ ਕੇ ਦੱਸੋ ਕਿ ਭਾਈ ਜਿੱਥੇ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਲੱਗਾ, ਜਿਸ ਪਿੰਡ ਦੇ ਨਾਲ ਕੋਈ ਜ਼ਮੀਨ ਵੀ ਹੈ ਨਹੀਂ, ਕੁਝ ਵੀ ਨਹੀਂ ਹੈਗਾ, ਉਹਨੂੰ ਫਿਰ ਸਰਕਾਰੀ ਗ੍ਰਾਂਟਾਂ ਕਿੱਥੇ ਜਾਂਦੇ ਨੇ, ਕੌਣ ਖਾਂਦਾ ਰਿਹਾ, ਕਿੱਥੇ ਖਰਚ ਹੁੰਦੇ ਰਹੀਆਂ, ਕਿਹੜਾ ਬੰਦਾ ਸੈਂਕਸ਼ਨ ਕਰਦਾ ਰਿਹਾ, ਕੀ ਕਦੇ ਕੋਈ ਪਟਵਾਰੀ ਉੱਥੇ ਗਿਆ ਹੀ ਨਹੀਂ, ਕਿ ਕਦੇ ਕਿਸੇ ਮਹਿਕਮੇ ਵਾਲੇ ਨੂੰ ਪਤਾ ਨਹੀਂ ਲੱਗਾ ਕਿ ਪਿੰਡ ਦਾ ਕੋਈ ਨਾਂ ਨਿਸ਼ਾਨ ਹੀ ਹੈ ਨਹੀਂ। ਇਹ ਗੱਲ ਕੋਈ 50 ਸਾਲ ਪੁਰਾਣੀ ਨਹੀਂ, ਇਹ ਤੁਹਾਡੇ ਅੱਜ ਦੇ ਸਮੇਂ 'ਚ ਸਾਹ ਲੈਂਦੇ ਆਂਦੀ ਆ ਕਿ ਗਰੰਟਾਂ ਹੀ ਖੁਰਦ-ਬੁਰਦ ਹੋਈਆਂ ਨੇ। ਇੱਥੇ ਆਪਾਂ ਜ਼ਿਕਰ ਕਰ ਦਈਏ, ਹੋ ਸਕਦਾ ਕਈਆਂ ਨੂੰ ਅਜੀਬ ਲੱਗੇ, ਪੰਜਾਬ ਦੇ ਨਾ ਮਤਲਬ ਜਦੋਂ ਆਪਾਂ ਮਾਲ ਮਹਿਕਮੇ ਦਾ ਰਿਕਾਰਡ ਵੇਖੀਏ ਉੱਥੇ ਬਹੁਤ ਸਾਰੇ ਪਿੰਡ ਆ ਜਿਨ੍ਹਾਂ ਪਿੰਡਾਂ ਦੇ ਨਾਂ ਹੈਗੇ ਆ, ਉਹਨਾਂ ਪਿੰਡਾਂ ਦੇ ਨਾਂ ਤੇ ਜ਼ਮੀਨਾਂ ਬੋਲਦੀਆਂ, ਪਰ ਅਸਲ 'ਚ ਪਿੰਡ ਨਹੀਂ ਹੈਗੇ, ਵਸੋਂ ਹੈ ਨਹੀਂ। ਹਾਂ, ਵਸੋਂ ਹੈ ਨਹੀਂ, ਉਹਨੂੰ ਕਹਿੰਦੇ ਬੇਚਰਾਗ ਪਿੰਡ। ਚਲੋ ਬੇਚਰਾਗ ਪਿੰਡ ਹੋ ਗਿਆ ਵੀ ਪਿੰਡ ਦਾ ਨਾਂ ਆ, ਉਹਦੀ ਫਿਰ ਵੀ ਜ਼ਮੀਨ ਆ, ਪਰ ਉੱਥੇ ਬੰਦਾ ਕੋਈ ਵਸਦਾ ਨਹੀਂ, ਯਾਨੀ ਕਿ ਚਿਰਾਗ ਕੋਈ ਨਹੀਂ ਜਗਦਾ, ਉਸ ਹਿਸਾਬ ਨਾਲ ਉਹਨਾਂ ਨੇ ਕਾਗਜ਼ਾਂ 'ਚ ਲਿਖਿਆ। ਉਹ ਤੇ ਚਲੋ ਫਿਰ ਵੀ ਮੰਨਣ ਚਾਹੁੰਦਾ, ਪਰ ਜਿਹੜੇ ਪਿੰਡ ਦੀ ਜ਼ਮੀਨ ਹੈ ਨਹੀਂ, ਤਾਂ ਮਤਲਬ ਜਦੋਂ ਜ਼ਮੀਨ ਹੈ ਨਹੀਂ ਤੇ ਪਿੰਡ ਕਿੱਥੇ ਹੋਊਗਾ? ਨਾਲ ਬਿਜਲੀ ਕਨੈਕਸ਼ਨ ਤੋਂ ਬਿਨਾਂ, ਬਿਜਲੀ ਕਨੈਕਸ਼ਨ ਤੋਂ ਬਿਨਾਂ ਤੁਰਿਆ ਫਿਰਦਾ। ਤੇ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਵੀ ਇਸ ਕੇਸ ਚੜਨੇ ਪਤਾ ਕਿਹੜੇ ਬੰਦੇ ਆ, ਉਹ ਕਹਿੰਦੇ ਵੀ ਚੈੱਕ ਲਿਆਓ ਜੇ ਤੇ ਉਹ ਗਲੀਆਂ ਨਾਲੀਆਂ ਵਾਲੀ ਗ੍ਰਾਂਟ ਗਈ ਸੀ, ਉਹ ਕਹਿੰਦੇ ਫਲਾਣੇ ਸਾਹਿਬ ਨੇ ਸਾਈਨ ਕੀਤਾ, ਉਹ ਕਹਿੰਦੇ ਦਿੱਤਾ ਕਿਹਨੂੰ ਸੀ, ਮਾਰਾ ਕਿਹੜੇ ਸਰਪੰਚ ਸਾਹਿਬ ਨੇ, ਲਿਆਓ ਜਰਾ ਲੱਭ ਕੇ। ਨਾਲੇ ਜਿਹੜੀ ਗਲੀ ਨਾਲੀ ਹੈ ਨਹੀਂ ਮਨਰੇਗਾ ਤੇ ਸਾਫ਼ ਕੀ ਕਰਦੇ ਰਹੇ? ਇਹ ਕਿੱਥੇ ਮੜਗਾੜ ਫੇਰਦੇ ਰਹੇ ਜੀ ਸਾਈਕਲ ਵਾਲਾ ਹੈ। ਦੇਖੋ ਇਹ ਹਾਲਾਤ ਨੇ ਜੀ ਇਸ ਵਕਤ ਚੱਲਦੇ ਪਏ, ਤੇ ਵੀਰ ਮੇਰੇ ਨਾਲ ਸ਼ਰਤ ਇਹ ਲਾਈ ਬੈਠਾ ਵੀ ਐਤਕੀ ਲੋਕਾਂ ਨੇ ਸਾਰਾ ਕੁਝ ਕਰ ਲੈਣਾ, ਪਰ ਚਲੋ ਕੋਈ ਨਹੀਂ, ਜੀਵੇ ਆਸਾ। ਆ ਨੂਰਮਹਿਲ ਦਾ ਬੰਦਾ ਲੋਕ ਹੀ ਆ, ਪੂਰਨ ਸੂ, ਇਹ ਆਮ, ਮੇਰੀ ਗੱਲ ਸੁਣ ਲਿਓ, ਇਹ ਕੋਈ ਲੀਡਰ ਨਹੀਂ, ਇਹ ਕੋਈ ਅਧਿਕਾਰੀ ਨਹੀਂ। ਮੈਂ ਤਾਂ ਕਹਿ ਰਿਹਾ ਤੁਹਾਡੀ ਮੰਨੀ, ਪਰ ਤੁਸੀਂ ਇਹ ਦੇਖੋ ਵੀ ਸਾਡੀ ਸਕੀਮ ਕਿਸ ਹੱਦ ਤੱਕ ਹੈ ਵੀ ਜਿਹੜਾ ਪਿੰਡ ਵੀ ਹੈ ਨੇ ਤਾਂ ਉਹਨੂੰ ਵੀ ਗ੍ਰਾਂਟਾਂ ਦਵਾ ਦਿੰਦੀਆਂ, ਤੁਸੀਂ ਕਹਿੰਦੇ ਹੋ ਨਹੀਂ ਸਕਦਾ। ਇਦਾਂ ਹੀ ਆ, ਨਹੀਂ ਤਾਂ ਪੂਰਨ ਸੂ ਨੂੰ ਜਾਣਦਾ ਕੌਣ ਸੀ, ਉਹਨੇ ਹੁਣ ਸਿਆਸੀ ਲੀਡਰ ਪੂਰਨ ਕਰਨੇ ਆ ਵੀ ਦੱਸੋ। ਆ ਨਹੀਂ, ਚਲੋ ਵਧੀਆ ਗੱਲ ਆ। ਦੂਜੀ ਗੱਲ ਆਪਾਂ ਇਹ ਵੀ ਕਰ ਲਈਏ ਵੀ ਹਾਕੀ ਦੀ ਗੱਲ ਕਰਨੀ ਥੋੜੀ ਬਹੁਤ ਜ਼ਰੂਰੀ ਹੈ ਜੀ। ਦੇਖੋ ਹਾਕੀ ਵਾਲਿਆਂ ਤੇ ਮੁੰਡਿਆਂ ਨੇ ਵੱਟ ਕੱਢਤੇ ਫੜ ਕੇ, ਤੇ ਉਧਰੋਂ ਕਹਿੰਦੇ ਵੀ ਖੇਡ ਮੰਤਰੀ ਸਾਹਿਬ ਨੇ ਵੱਟ ਕੱਢਤੇ, ਕਹਿੰਦੇ ਕਰੋੜ ਰੁਪਈਆ ਦੇਣਾ ਵੀ ਜਿਹੜੇ ਹਾਕੀ ਵਾਲੇ ਖਿਡਾਰੀ ਸੁਦਾ ਕਰੋੜ ਪੂਰਾ ਦੇ ਦੇਣਾ। ਹੁਣ ਪਤਾ ਨਹੀਂ ਵੀ ਕਰੋੜ ਰੁਪਈਆ ਪੰਜਾਬ ਵਾਲਿਆਂ ਨੇ ਦੇਣਾ, ਖਿਡਾਰੀ ਵੀ ਵਾਹਵਾ ਨੇ ਪੰਜਾਬ ਤੋਂ, ਪਰ ਮੈਨੂੰ ਲੱਗਦਾ ਵੀ ਜਾਂ ਤਾਂ ਖੱਟਰ ਸਾਹਿਬ ਵੈਸੇ ਹੀ ਕਿਤੇ ਮਤਲਬ ਖਿੱਚ ਕੱਢ ਕੇ, ਜਾਂ ਵੈਸੇ ਵੀ ਇੱਦਾਂ ਕਿੱਦਾਂ ਹੁਣ ਕਰੋੜ ਇਹਨੇ ਦੇਣਾ ਤੇ ਆਪਾਂ ਕਿਤੇ ਕਰੋੜ ਹੀ ਦੇਣਾ। ਉਹ ਕਹਿੰਦੇ 2 ਰੁਪਈਏ ਦੂਣਾ ਕਰੀਏ, ਲਾਗੂ ਹੋ ਸਕਦਾ ਵੀ ਕਿਸੇ ਨੇ ਸਲਾਹ ਦੇ ਦਿੰਦੇ ਨੇ ਵੇਜ ਸਾਹਿਬ ਬਣੇ, ਵੇਜਾ ਕਹਿੰਦਾ ਨਹੀਂ ਜੇ ਮੈਨੂੰ ਮੁੱਖ ਮੰਤਰੀ ਬਣਾਉਂਦੇ 3 ਦੇਣਾ ਸੀ, ਬੇਇੱਜ਼ਤੀ ਕਰਾਉਣੀ। ਉਹ ਕਹਿੰਦੇ ਚਲੋ ਫਿਰ 2.5 ਗੁਣਾ ਦੇ ਕਰੋ ਨਾ। ਹੁਣ ਮਤਲਬ ਹਰਿਆਣੇ ਵਾਲੇ ਖਿਡਾਰੀਆਂ ਨੂੰ 2.5 ਕਰੋੜ ਮਿਲਣਾ ਤੇ ਪੰਜਾਬ ਵਾਲਿਆਂ ਨੂੰ ਕਰੋੜ ਮਿਲਣਾ। ਹੁਣ ਮੈਨੂੰ ਸਮਝ ਨਹੀਂ ਆਈ ਵੀ ਟੀਮ ਇੱਕ ਹੈ, ਖਿਡਾਰੀ ਇੱਕੋ ਟੀਮ 'ਚ ਖੇਡੇ, ਜ਼ੋਰ ਸਾਰਿਆਂ ਨੇ ਇੱਕੋ ਜਿੰਨਾ ਲਾਇਆ, ਸਾਰੇ ਉਹ ਆਪਸ 'ਚ ਭਰਾਵਾਂ ਵਾਂਗੂ ਖੇਡਦੇ ਆ, ਮੁੜਕਾ ਚੁੰਦਾ ਜ਼ੋਰ ਲਾਇਆ, ਤੇ ਜਦੋਂ ਵਿਚਾਰੇ ਉੱਥੋਂ ਉਤਰ ਕੇ ਮੇਰੇ ਖਿਆਲ ਨਾਲ ਅੱਡੇ ਤੇ ਉਤਰਨਗੇ ਤਾਂ ਵੀ ਇਕੱਠੇ, ਪ੍ਰਧਾਨ ਮੰਤਰੀ ਮਿਲਣ ਨੂੰ ਤਾਂ ਵੀ ਇਕੱਠੇ, ਵਰਦੀਆਂ ਸਾਰਾ ਕੁਝ ਇਕੱਠਾ। ਜਦੋਂ ਇੱਕ ਹਰਿਆਣੇ ਦੀ ਹੱਦ ਪਾਰ ਕਰੂਗਾ ਤੇ 2.5 ਕਰੋੜ, ਜਦੋਂ ਪੰਜਾਬ ਦੀ ਹੱਦ ਪਾਰ ਕਰੂਗਾ ਤੇ ਕਰੋੜ। ਉਹ ਜਿਹੜਾ ਬਾਕੀਆਂ ਦਾ 1.5 ਕਰੋੜ ਮਾਰਿਆ ਗਿਆ, ਉਹ ਨਹੀਂ ਮੈਨੂੰ ਸਮਝ ਆਈ ਵੀ ਇਹ ਕਿਹੜਾ ਹਿਸਾਬ ਕਿਤਾਬ ਆ। ਦੇਖ ਭਰਾ ਮੇਰੇ, ਗੱਲ ਇਹ ਆ ਕਿ ਇੱਕ ਤਾਂ ਵੱਖ-ਵੱਖ ਸੂਬਿਆਂ ਦੀ ਨੀਤੀ ਅੱਡ ਹੈ। ਕਰੋੜ ਦੇਤਾ, ਮੈਂ ਕਹਿੰਦਾ 90 ਲੱਖ ਵੀ ਦੇਂਦੇ ਤਾਂ ਵੀ ਕੋਈ ਨਹੀਂ ਸੀ ਦਿੱਤਾ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਖਿਡਾਰੀਆਂ ਦਾ ਚੇਤਾ ਆਇਆ, ਚਾਹੇ ਜੇਤੂਆਂ ਦਾ ਹੀ ਚੇਤਾ ਆ ਗਿਆ, ਚੰਗਾ ਹੁੰਦਾ ਜੇ ਐਲਾਨ ਕਰਦੇ ਕਿ ਭਾਈ ਜਿੰਨੇ ਵੀ ਭਾਰਤ ਦੇ ਵਿੱਚੋਂ ਪੰਜਾਬ ਦੇ ਖਿਡਾਰੀ ਗਏ ਪਾਰਟਿਸਪੇਸ਼ਨ ਦੇ ਲਈ, ਹਰੇ ਆ ਚਾਹੇ ਜਿੱਤੇ ਆ, ਜੇ ਉਹ ਟੀਮ ਦਾ ਹਿੱਸਾ ਸੀ ਤੇ ਘੱਟੋ ਘੱਟ 50-50 ਲੱਖ ਦਿੰਨੇ ਆ। ਪਰ ਸਭ ਤੋਂ ਵੱਡਾ ਸਵਾਲ ਸੰਧਾਲੀਆ ਸਾਹਿਬ ਪਤਾ ਕੀ ਹੈ? ਇੱਥੇ ਕੋਟ ਪੈਂਟ ਪਾਈ ਗੁਰਪ੍ਰੀਤ ਸੰਧਾਲੀਆ ਸਾਰਿਆਂ ਨੂੰ ਨਜ਼ਰ ਆਉਂਦਾ, ਤੇ ਮਨਪ੍ਰੀਤ ਸਿੰਘ ਹਾਕੀ ਦਾ ਕਪਤਾਨ ਵੀ ਨਜ਼ਰ ਆਊਗਾ। ਇੱਥੇ
ਕੁੱਲ ਮਿਲਾ ਕੇ ਪੰਜਾਬ ਦੇ ਨਾਲ ਸੰਬੰਧਿਤ 10 ਹਾਕੀ ਦੇ ਖਿਡਾਰੀ ਨਜ਼ਰ ਆਉਣਗੇ ਕਿ ਭਾਈ ਵਧੀਆ ਉਹਨਾਂ ਨਾਲ ਮੈਨੂੰ ਕੱਲ ਹੀ ਖਿਲਾਰਤਾ ਜੀ। ਨਹੀਂ ਮੈਂ ਦੱਸਣ ਲੱਗਿਆ ਨਾ, ਮੈਂ ਹੁਣ ਉਦਾਹਰਨ ਥੋੜੀ ਪਤਾ ਲੱਗੇ ਵੀ ਹਾਕੀ ਲੈ ਕੇ ਮੇਰੇ ਦਿਵਾਲੇ ਹੋਏ ਹੋਣ। ਅੱਛਾ, ਉਹਦੇ ਤੋਂ ਬਾਅਦ ਜਿਹੜੀ ਅਗਲੀ ਗੱਲ ਹੋਣੀ ਹੈ, ਅਗਲੀ ਗੱਲ ਇਹ ਹੈ ਕਿ ਕੀ ਇਹਦੇ ਤੋਂ ਬਾਅਦ ਗੁਰਪ੍ਰੀਤ ਸੰਧਾਲੀਆ ਮਿਹਨਤ ਕਿੰਨੀ ਕਰਦਾ, ਕੰਮ ਕਿੰਨਾ ਕਰਦਾ, ਉਹ ਕੋਟ ਪੈਂਟ ਤੋਂ ਬਿਨਾਂ ਵੀ ਤਾਂ ਹੋਣਾ। ਚੰਗਾ ਹੁੰਦਾ ਜੇ ਸਾਰੀਆਂ ਸਿਆਸੀ ਪਾਰਟੀਆਂ, ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਕਿ ਅਸੀਂ ਕਰੋੜ ਰੁਪਈਆ ਸਾਰੀ ਟੀਮ ਨੂੰ ਦੇਵਾਂਗੇ, ਬਹੁਤ ਸਾਰੀਆਂ ਜਥੇਬੰਦੀਆਂ, ਕੇਂਦਰ ਸਰਕਾਰ ਨੇ। ਚੰਗਾ ਹੁੰਦਾ ਜੇ ਪ੍ਰੈਸ ਕਾਨਫਰੰਸ ਪੰਜਾਬ ਦੇ ਖੇਡ ਮੰਤਰੀ ਵੀ ਕਰਦੇ, ਵਿਰੋਧੀ ਧਿਰਾਂ ਵੀ ਕਰਦੀਆਂ ਤੇ ਦੱਸਦੀਆਂ ਕਿ ਭਾਈ ਅਸੀਂ ਕੋਟ ਪੈਂਟ ਪਾ ਕੇ ਜਿੱਤ ਕੇ ਆਉਂਦੇ ਖਿਡਾਰੀਆਂ ਨੂੰ ਹੀ ਸਨਮਾਨਿਤ ਨਹੀਂ ਕਰਦੇ। ਓਲੰਪਿਕ ਦੀਆਂ ਖੇਡਾਂ ਹੋਣ ਤੋਂ 4 ਸਾਲ 5 ਸਾਲ ਪਹਿਲਾਂ ਜਦੋਂ ਪਿਛਲੀਆਂ ਰੀਓ ਓਲੰਪਿਕ ਮੁੱਕੀਆਂ ਸੀ, ਆਹ ਦੇਖੋ ਅਸੀਂ ਇੰਨੇ ਫੰਡ ਵਧਾਤੇ ਸੀ, ਅਸੀਂ ਇੰਨੇ ਸਟੇਡੀਅਮ ਬਣਾਤੇ ਸੀ, ਅਸੀਂ ਇੰਨੇ ਨਵੇਂ ਕੋਚ ਲਿਆਤੇ ਸੀ, ਆਹ ਜਿਹੜੇ ਖਿਡਾਰੀ ਗਏ ਆ ਪਿਛਲੇ 5 ਸਾਲਾਂ ਦੇ ਵਿੱਚ ਉਹਨਾਂ ਦੀ ਡਾਈਟ ਦੇ ਇੰਨੇ ਪੈਸੇ ਵਧਾਤੇ ਸੀ। ਸੰਧਾਲੀਆ ਸਾਹਿਬ ਮੈਂ ਫਿਰ ਉੱਥੇ ਹੀ ਆਉਣਾ, ਅੱਜ ਇਹ ਤਾਂ ਜਿੱਤ ਗਏ ਆ, ਇਹਨਾਂ ਦਾ ਤੋਰੀ ਫੁਲਕਾ ਬਹੁਤ ਵਧੀਆ ਤੁਰਨਾ ਕਿਉਂਕਿ ਮੁੰਡਿਆਂ ਨੇ ਮਿਹਨਤ ਕੀਤੀ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਬੱਚੇ ਅੱਜ ਬੱਚੇ ਨੇ ਜਿਨ੍ਹਾਂ ਨੇ 8 ਸਾਲ ਬਾਅਦ 12 ਸਾਲ ਬਾਅਦ ਜਾਂ 16 ਸਾਲ ਬਾਅਦ ਓਲੰਪਿਕ ਦੀਆਂ ਖੇਡਾਂ ਦੇ ਵਿੱਚ ਹਿੱਸਾ ਲੈਣਾ, ਸਿਆਸੀ ਲੀਡਰ ਉਹਨਾਂ ਦੇ ਲਈ ਕੀ ਕਰ ਰਿਹਾ? ਕੀ ਪਿੰਡ ਦੇ ਵਿੱਚ ਉਹਨਾਂ ਦੀ ਕੋਚਿੰਗ ਦਾ, ਉਹਨਾਂ ਦੀ ਡਾਈਟ ਦਾ, ਉਹਨਾਂ ਦੇ ਰਹਿਣ ਦਾ, ਉਹਨਾਂ ਦੇ ਸਮਾਨ ਦਾ ਕੋਈ ਪ੍ਰਬੰਧ ਕਰਨ ਦਾ ਹੀਲਾ ਕਰਨਗੇ? ਨਹੀਂ ਤਾਂ ਇਹ ਤਾਂ ਉੱਪਰੋਂ ਵੋਟਾਂ ਨਿਚੋੜਨ ਵਾਲੀ ਗੱਲ ਹੈ। ਅੱਜ ਹਰ ਇੱਕ ਬੰਦਾ ਕਹਿੰਦਾ, ਭਗਵੰਤ ਮਾਨ ਨੇ ਬਿਆਨ ਦਿੱਤਾ, ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਕਿਉਂਕਿ ਅੱਜ ਕੁੜੀਆਂ ਦਾ ਵੀ ਹਾਕੀ ਦਾ ਮੈਚ ਹੈ, ਆ ਪ੍ਰਾਈਮ ਫੋਕਸ ਚੱਲ ਰਿਹਾ, ਹੁਣ ਸ਼ੁਰੂ ਹੋ ਗਿਆ, ਹੁਣ ਬ੍ਰਿਟੇਨ ਦੇ ਨਾਲ ਤੀਸਰੇ ਚੌਥੇ ਥਾਂ ਦੇ ਲਈ ਖੇਡਣਾ, ਹਾਰਨ ਜਾਂ ਜਿੱਤਣ ਖੇਡਣ ਠੋਕ ਵਜਾ ਕੇ ਅਸੀਂ ਇਸ ਗੱਲ ਦੀ ਉਮੀਦ ਆਸ ਤੇ ਅਰਦਾਸ ਕਰਦੇ ਦੋਵਾਂ ਟੀਮਾਂ ਦੇ ਲਈ। ਪਰ ਸੰਧਾਲੀਆ ਸਾਹਿਬ, ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਜੀ ਮੁੰਡੇ ਆ ਚਾਹੇ ਕੁੜੀਆਂ ਹਾਕੀ ਵਾਲੀਆਂ, ਮਜ਼ਦੂਰਾਂ ਦੇ ਜਾਂ ਕਿਸਾਨਾਂ ਦੇ ਧੀਆਂ ਪੁੱਤ ਆ, ਪ੍ਰਧਾਨ ਮੰਤਰੀ ਸਾਹਿਬ ਟੈਲੀਫੋਨ ਕਰਕੇ ਵਧਾਈਆਂ ਦਿੰਨੇ ਹੋ, ਤੁਹਾਡਾ ਸਤਿਕਾਰ, ਪਰ ਜੇ ਕਿਤੇ ਅਸਲੀ ਤੋਹਫਾ ਦੇਣਾ ਤਾਂ ਖੇਤੀ ਦੇ ਕਾਨੂੰਨ ਰੱਦ ਕਰ ਦਿਓ, ਇਹਨਾਂ ਨੂੰ ਬਹੁਤ ਖੁਸ਼ੀ ਹੋਏਗੀ। ਸੰਧਾਲੀਆ ਸਾਹਿਬ ਮੈਂ ਇੱਥੇ ਵੀ ਚੇਤਾ ਕਰਾਉਣਾ, ਜਿੰਨੇ ਵੀ ਬੱਚੇ ਇਹ ਖੇਡਦੇ ਨੇ, ਖਾਸ ਤੌਰ ਤੇ ਕੁੜੀਆਂ, ਇੱਕ ਦਰਜੀ ਦੀ ਧੀ ਹੈ ਜਿਹਦੇ ਪਿਓ ਨੂੰ ਲਕਵਾ ਮਾਰ ਗਿਆ ਸੀ, ਇੱਕ ਉਹ ਕੁੜੀ ਹੈ ਜਿਹਦੀ ਭੈਣ ਨੇ ਬੰਗਲੌਰ ਦੇ ਵਿੱਚ ਘਰ ਦੇ ਵਿੱਚ ਨੌਕਰਾਨੀ ਦੇ ਰੂਪ ਦੇ ਵਿੱਚ, ਘਰ ਦੀ ਇੱਕ ਕਿਰਤੀ ਔਰਤ ਦੇ ਰੂਪ ਦੇ ਵਿੱਚ ਬੰਗਲੌਰ ਜਾ ਕੇ ਕੰਮ ਕੀਤਾ ਕਿ ਮੇਰੀ ਭੈਣ ਖੇਡ ਸਕੇ। ਇਦਾਂ ਦਾ ਸਮਾਂ ਆ ਗਿਆ ਸੀ ਝਾਰਖੰਡ ਦੀ ਉਹ ਕੁੜੀ ਕਿ ਉਹਨੇ ਵਿਦੇਸ਼ ਖੇਡਣ ਜਾਣਾ ਸੀ, ਉਹਦੇ ਕੋਲ ਟਰਾਲੀ ਬੈਗ ਹੈ ਨਹੀਂ ਸੀ ਜਿਹੜਾ ਤੁਸੀਂ ਨਵਾਂ ਲਿਆ ਸੀ ਆਉਣ ਲੱਗਿਆ ਨੇ, ਉਹਦੇ ਲਈ ਸੋਸ਼ਲ ਮੀਡੀਆ ਤੇ ਮੁਹਿੰਮ ਚੱਲੀ। ਹੋਰ ਤੁਸੀਂ ਦੇਖੋ, ਇੱਕ ਲੜਕੀ ਜਿਹੜੀ ਹੈ ਉਹਦੇ ਬਾਪ ਦੀ ਡੈਥ ਹੋ ਗਈ, ਓਲੰਪਿਕ ਦੀ ਤਿਆਰੀ ਕਰਦੀ ਸੀ, ਗਈ ਨਹੀਂ ਸੰਸਕਾਰ ਤੇ ਮੈਨੂੰ ਲੱਗਦਾ ਕਿ ਉਹਨੇ ਸੱਚੀ ਸ਼ਰਧਾਂਜਲੀ ਹੁਣ ਦਿੱਤੀ ਹੈ ਕਿ ਭਾਰਤੀ ਟੀਮ ਸੈਮੀਫਾਈਨਲ ਦੇ ਵਿੱਚ ਅੱਪੜ ਗਈ ਹੈ। ਇਦਾਂ ਦੇ ਬੇਸ਼ੁਮਾਰ ਲੋਕ ਨੇ। ਪ੍ਰਧਾਨ ਮੰਤਰੀ ਸਾਹਿਬ ਟੈਲੀਫੋਨ ਕਰਦੇ ਚੰਗਾ ਲੱਗਦਾ, ਪੰਜਾਬ ਵਾਲੇ ਕਰੋੜਾਂ ਰੁਪਏ ਦਿੰਦੇ ਚੰਗਾ ਲੱਗਦਾ, ਪਰ ਲੱਖਾਂ ਉਹ ਨੌਜਵਾਨ ਨੇ, ਬੱਚੇ ਨੇ ਜਿਹੜੇ ਖੇਡਣਾ ਚਾਹੁੰਦੇ ਆ, ਅੱਗੇ ਵਧਣਾ ਚਾਹੁੰਦੇ ਆ। ਲੀਡਰਾਂ ਦੀ ਡਿਊਟੀ ਇਕੱਲੇ ਇਨਾਮ ਦੇਣਾ ਨਹੀਂ, ਲੀਡਰਾਂ ਦੀ ਡਿਊਟੀ ਮੁੱਢਲੇ ਪੱਧਰ ਦੇ ਉੱਤੇ ਉਸ ਢਾਂਚੇ ਨੂੰ ਮਜ਼ਬੂਤ ਕਰਨ ਦੀ ਹੈ। ਮੈਂ ਪੰਜਾਬ ਦੇ ਲੀਡਰਾਂ ਨੂੰ ਜ਼ਰੂਰ ਬੇਨਤੀ ਕਰਦਾ ਕਿ ਤੁਹਾਡੇ ਪ੍ਰਾਇਮਰੀ ਸਕੂਲਾਂ 'ਚ, ਨਵੀਨ ਪਟਨਾਇਕ ਨੇ ਪ੍ਰਾਇਮਰੀ ਸਕੂਲਾਂ ਤੋਂ ਸ਼ੁਰੂ ਕੀਤੀਆਂ ਖੇਡਾਂ, ਤੁਹਾਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ, ਹਾਈ ਸਕੂਲਾਂ ਦੇ ਵਿੱਚ ਬਲਾਕ ਦੀਆਂ ਖੇਡਾਂ ਕਰਾਉਣੀਆਂ, ਤੁਸੀਂ ਫੰਡ ਨਹੀਂ ਦਿੰਦੇ। ਟ੍ਰੇਨਿੰਗ ਲਈ ਤਾਂ ਫੰਡ ਹੀ ਕੀ ਦੇਣੇ ਆ, ਸਮਾਨ ਦੇ ਲਈ ਤਾਂ ਕੀ ਫੰਡ ਦੇਣੇ ਆ, ਤੁਸੀਂ ਖੇਡਾਂ ਕਰਾਉਣ ਦੇ ਲਈ ਵੀ ਫੰਡ ਨਹੀਂ ਦਿੰਦੇ। ਸਕੂਲਾਂ ਵਾਲਿਆਂ ਨੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ 'ਚ ਬੱਚੇ ਲੈ ਕੇ ਜਾਣੇ ਆ, ਟੀਚਰ ਨੂੰ 1 ਰੁਪਈਆ ਨਹੀਂ ਮਿਲਦਾ, ਉਹ ਆਟੋ ਤੇ ਲੈ ਕੇ ਜਾਵੇ, ਤੋਰ ਕੇ ਲੈ ਕੇ ਜਾਵੇ, ਮੋਢਿਆਂ ਤੇ ਚੱਕ ਕੇ ਲੈ ਕੇ ਜਾਵੇ, ਕੁੱਛੜ ਚੱਕ ਕੇ ਲੈ ਕੇ ਜਾਵੇ, ਸਕੂਟਰ ਤੇ 4 ਜਣਿਆਂ ਨੂੰ ਬਿਠਾ ਕੇ ਲੈ ਕੇ ਜਾਵੇ, ਉਹਦੀ ਡਿਊਟੀ ਹੈ। ਉਹਨਾਂ ਨੂੰ ਕੇਲੇ ਖਿਲਾਉਣੇ ਆ, ਸੇਬ ਖਿਲਾਉਣੇ ਆ, ਅਮਰੂਦ ਖਿਲਾਉਣੇ ਆ, ਟੀਚਰ ਦੀ ਡਿਊਟੀ ਹੈ। ਉਹ ਮੰਗੇ ਪੈਸੇ ਆਪਣੀ ਤਨਖਾਹ 'ਚੋਂ ਦੇਵੇ। ਅੱਜ ਅਸੀਂ ਕਰੋੜ ਰੁਪਈਆ ਦਿੰਨੇ, ਖਿਡਾਰੀ ਡਿਜ਼ਰਵ ਕਰਦੇ ਆ, ਉਹਨਾਂ ਦਾ ਹੱਕ ਬਣਦਾ ਹੈ। ਪਰ ਸਵਾਲ ਇਹ ਪੈਦਾ ਹੁੰਦਾ, ਇਹ ਤਾਂ ਚਮਕ ਪੈ, ਇਹਨਾਂ ਨੇ ਤਾਂ ਕੋਟ ਪੈਂਟ ਪਾ ਲਿਆ, ਇਹਨਾਂ ਦੀ ਮਿਹਨਤ ਦਾ ਤਾਂ ਮੁੱਲ ਪੈ ਗਿਆ। ਆ ਬਾਕੀ 3 ਕਰੋੜ ਤੋਂ ਵੱਧ ਜਿਹੜੇ ਪੰਜਾਬ ਦੇ ਲੋਕ ਨੇ, ਇਹਨਾਂ ਦੇ ਵਿੱਚੋਂ ਜਿਹੜੇ ਹੋਣਹਾਰ ਨੇ, ਨਿਪੁੰਨ ਨੇ, ਉਹਨਾਂ ਦੇ ਲਈ ਤੁਸੀਂ ਕਰਦੇ ਕੀ ਹੋ, ਕੱਤਦੇ ਕੀ ਹੋ, ਕਤਰਦੇ ਕੀ ਹੋ, ਉਹ ਦੱਸੋ। ਉਹ ਇਹ ਹੈ ਕਿ ਵੀ ਅੱਜ ਤਰੀਕ ਜਿੰਨੀ ਵੀ 6 ਹੋ ਗਈ ਮੇਰੇ ਖਿਆਲ ਅਗਸਤ ਦੀ, ਹਾਂਜੀ 6 ਸਤੰਬਰ ਨੂੰ ਪੁੱਛੋ ਸਾਨੂੰ ਕਿਤੇ, ਵਾਹ ਜੀ, ਜੇ ਕੋਈ ਲੀਡਰ ਚੇਤਾ ਵੀ, ਓਲੰਪਿਕਸ ਹੋਈਆਂ ਸੀ ਕਦੋਂ ਹੋਈਆਂ ਸੀ? ਉਹ ਯਾਰ ਉਹ ਗੱਲ ਲੰਘ ਗਈ, ਗਾਂ ਚੋਣਾਂ ਤੈਨੂੰ ਪਤਾ ਫਰਵਰੀ 2022 ਚ ਉਹਦੀ ਗੱਲ ਕਰੋ। ਸੋ ਕਾਰਨ ਇਹੀ ਹੈ ਵੀ ਭਾਈ ਸਾਹਿਬ ਇਹਦੇ ਤੋਂ ਜੇ ਤੁਸੀਂ ਆਪਾਂ ਆਸ ਕਰੀਏ ਵੀ ਲੀਡਰ ਚੇਤਾ ਰੱਖਣਗੇ, ਇਹ ਤਾਂ ਗੱਲ ਝੂਠੀ ਹੈ। ਉਹ ਜਿਹੜੀ ਚੀਜ਼ ਇਸ ਵਕਤ ਅੱਖਾਂ ਦੇ ਸਾਹਮਣੇ ਜੇ ਹੁੰਦੀ ਉਹਦੀ ਚਰਚਾ ਕਰਨ ਲੱਗ ਪੈਂਦੀ, ਜੇ ਕਰੋਨਾ ਜੇ ਉਹ ਕ੍ਰਿਕਟ ਦਾ ਕੁਛ ਚੱਲ ਪਏ ਤੇ ਕ੍ਰਿਕਟ, ਹੁਣ ਹਾਕੀ ਸਾਹਮਣੇ ਆ ਗਈ ਤੇ ਹੁਣ ਹਾਕੀ ਓਲੰਪਿਕਸ ਹੋ ਗਿਆ ਕੰਮ, ਕੱਲ ਨੂੰ ਇਲੈਕਸ਼ਨਾਂ ਆ ਗਈਆਂ ਤੇ ਫਿਰ ਇਲੈਕਸ਼ਨਾਂ ਦੁਆਲੇ ਤੁਰ ਪੈਣਗੇ। ਪਰ ਇਹ ਸਾਰੇ ਕੁਛ ਹੋਣੇ, ਆਪਾਂ ਉਸ ਚੀਜ਼ ਦਾ ਵੀ ਤਾਂ ਜ਼ਿਕਰ ਕਰ ਲਈਏ ਨਾ। ਜਿੱਦਾਂ ਭਗਵੰਤ ਮਾਨ ਹੋਰਾਂ ਦੇ ਉਸ ਟਵੀਟ ਤੋਂ ਮੇਰੇ ਧਿਆਨ 'ਚ ਆਇਆ, ਉਹਨਾਂ ਨੇ ਕਿਹਾ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਨੇ ਗੋਲ ਕੀਤਾ ਜੀ, ਉਹਨਾਂ ਨੇ ਜਾ ਕੇ ਉੱਥੇ ਇੰਨੀ ਮਿਹਨਤ ਕੀਤੀ ਤੇ ਉਹਨੂੰ ਤੋਹਫਾ ਦਿਓ ਜੀ। ਉਹ ਤਾਂ ਉਹ ਕਹਿੰਦੇ ਨੇ ਵੀ ਹਾਂਜੀ ਉਹਨਾਂ ਲੋਕਾਂ ਦਾ ਸਤਿਕਾਰ ਕਰਨਾ ਬਣਦਾ ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਪਰ ਉਹਨਾਂ ਦੇ ਵਿੱਚੋਂ ਹੀ ਜਿਹੜੀ ਉਹ ਧੀ ਉਹਦੇ ਵਿੱਚ ਹੈਗੀ, ਆਪਾਂ ਚਲੋ ਨਾਂ ਨਹੀਂ ਲੈਂਦੇ ਵੀ ਕਿੱਥੇ ਹੈ ਕਿਵੇਂ ਹੈ,
ਉਹਦੇ ਕੁਝ ਲੋਕ ਇਸ ਕਰਕੇ ਵਿਰੋਧ ਕਰ ਰਹੇ ਆ ਵੀ ਆਹ ਦੇਖੋ ਜੀ ਇਹ ਜਾਤ ਵਾਲੇ ਲੋਕ ਜਿਹੜੇ ਨੇ ਇੱਥੇ ਖੇਡਦੇ ਆ, ਜਿਹੜੇ ਲੋਕਾਂ ਦੇ ਦਿਮਾਗ 'ਚ ਅਜੇ ਵੀ ਜਾਤ ਵੜੀ ਆ, ਇਹ ਜਾਤ ਪਾਤ ਵਾਲਾ ਕਨਸੈਪਟ ਨਿਕਲ ਨਹੀਂ ਰਿਹਾ, ਉਹਨਾਂ ਦਾ ਕੀ ਹੱਲ ਕਰੋਗੇ ਤੁਸੀਂ? ਸੰਧਾਲੀਆ ਸਾਹਿਬ ਇਹ ਬਹੁਤ ਇੰਪੋਰਟੈਂਟ ਇਸ਼ੂ ਤੁਸੀਂ ਚੰਗਾ ਹੋਇਆ ਤੁਸੀਂ ਚੁੱਕਿਆ। ਇੱਕ ਪਿੰਡ ਦੀ ਕੁੜੀ ਖੇਡਦੀ ਹੈ, ਭਾਰਤੀ ਹਾਕੀ ਟੀਮ 'ਚ ਹੈ, ਬਹੁਤਾ ਨਾ ਆਪਾਂ ਨਹੀਂ ਡਿਟੇਲ ਨਹੀਂ ਕਰਦੇ ਆਪਾਂ, ਇੱਕ ਪਿੰਡ ਦੀ ਗੱਲ ਹੀ ਕੀਤੀ ਨਾ ਸੂਬਾ ਦੱਸਿਆ ਨਾ ਕੁਝ ਦੱਸਿਆ, ਵੈਸੇ ਆਪਣੇ ਪ੍ਰੋਗਰਾਮ ਦੱਸਿਆ ਜਾ ਚੁੱਕਿਆ। ਹੁਣ ਉਸ ਪਿੰਡ ਦੀ ਧੀ ਖੇਡਦੀ ਹੈ ਤੇ ਉਹਦੇ ਘਰ ਦੇ ਮੂਹਰੇ ਜਾ ਕੇ ਕਮੀਜ਼ਾਂ ਲਾ ਕੇ ਇਸ ਕਰਕੇ ਨੱਚਿਆ ਜਾਂਦਾ ਕਿ ਸੈਮੀਫਾਈਨਲ ਹਾਰ ਗਏ ਆ, ਜੇ ਕਿਤੇ ਤੁਹਾਡੀ ਕੁੜੀ ਸੈਮੀਫਾਈਨਲ ਜਿੱਤ ਜਾਂਦੀ ਤਾਂ ਸਾਨੂੰ ਹੀਣ ਭਾਵਨਾ ਬਹੁਤ ਮਹਿਸੂਸ ਹੋਣੀ ਸੀ ਕਿਉਂਕਿ ਦੂਜੀ ਜਾਤੀ ਦੀ ਹੈ। ਠੀਕ ਹੈ, ਤੁਸੀਂ ਦੇਖੋ ਕਿ ਸਾਡੀ ਉਮਰ ਤੋਂ ਬਹੁਤ ਛੋਟੀ ਹੈ ਉਹ ਬੱਚੀ, ਉਹਨੇ ਤੀਸਰੇ ਚੌਥੇ ਥਾਂ ਦੇ ਲਈ ਜਿਹੜਾ ਮੈਚ ਚੱਲਦਾ ਉਹ ਖੇਡਣਾ, ਖੇਡਦੀ ਉਹਦੇ ਤੋਂ ਠੀਕ ਪਹਿਲਾਂ ਉਹਦੇ ਪਰਿਵਾਰ ਦੇ ਮੈਂਬਰ ਟੈਲੀਫੋਨ ਕਰਦੇ ਹੋਣਗੇ, ਪੁੱਤ ਉਹ ਅੱਜ ਆਏ ਸੀ, ਉਹ ਇੱਥੇ ਆ ਕੇ ਅਸੀਂ ਤਾਂ ਕੁੰਡੇ ਲਾ ਲਏ ਅੰਦਰੋਂ, ਉਹ ਕੋਈ ਨਹੀਂ ਆਇਆ ਉਹਲੇ ਸਾਡੀ ਮਦਦ ਦੇ ਉੱਤੇ, ਇਦਾਂ ਕਰਕੇ ਗਾਲਾਂ ਵੀ ਕੱਢਦੇ ਸੀ, ਤਾਂ ਇਦਾਂ ਉੱਪਰੋਂ ਝੱਗੇ ਲਾ ਕੇ ਨੱਚ ਕੇ ਗਏ, ਢੋਲ ਵਜਾਉਂਦੇ ਸੀ ਕਿ ਚੰਗਾ ਹੋਇਆ ਹਾਰ ਗਿਆ। ਉਹ ਕੁੜੀ ਨੇ ਵੀ ਉੱਥੇ ਰਹਿਣਾ, ਉਹਦੇ ਨਾਲ ਸਿਕਿਉਰਿਟੀ ਥੋੜ੍ਹਾ ਲੱਗਣੀ ਜਦੋਂ ਆਉਣਾ, ਉਹਦੇ ਮਾਂ-ਬਾਪ ਨੇ ਵੀ ਉੱਥੇ ਹੀ ਰਹਿਣਾ। ਤੁਸੀਂ ਇਹ ਦੇਖੋ ਕਿ ਇੱਕ ਪਾਸੇ ਅਸੀਂ ਚੰਦ ਤੇ ਜਾਣ ਦੀਆਂ ਬਹੁਤ ਵੱਡੇ ਦਾਅਵੇ ਰੂਪ 'ਚ ਤਕਰੀਰਾਂ ਕਰਦੇ ਹਾਂ ਕਿ ਅਸੀਂ ਮਹਾਸ਼ਕਤੀ ਬਣ ਜਾਣਾ, ਅਸੀਂ ਕਹਿੰਦੇ ਕਿ ਅਸੀਂ ਬਹੁਤ ਉੱਪਰ ਚਲੇ ਗਏ, ਸਾਡੀ ਸੱਤਾਧਾਰੀ ਧਿਰ ਤੇ ਸਾਡੀਆਂ ਵਿਰੋਧੀ ਧਿਰਾਂ ਬਾਰ-ਬਾਰ ਦਾਅਵੇ ਕਰਦੀਆਂ। ਮੈਨੂੰ ਇਹ ਲੱਗਦਾ ਕਿ ਪਲਾੜ ਦੇ ਵਿੱਚ ਬਹੁਤ ਉੱਪਰ ਜਾਣ ਦੀ ਜਗ੍ਹਾ ਦੇ ਉੱਤੇ ਆ ਜਿਹੜੀਆਂ ਜਾਤ ਦੀਆਂ, ਧਰਮ ਦੀਆਂ, ਊਚ ਨੀਚ ਦੀਆਂ, ਪੱਖਪਾਤ ਦੀਆਂ ਜੜ੍ਹਾਂ ਉਹ ਉੱਪਰਲੇ ਪਾਸੇ ਜਾਣ ਤੋਂ ਵੀ ਕਈ ਗੁਣਾ ਵੱਧ ਥੱਲੇ ਨੂੰ ਚਲੇ ਗਈਆਂ। ਸਾਡੇ ਸਿਆਸਤਦਾਨਾਂ ਨੂੰ ਪਹਿਲਾਂ ਇਹ ਦੂਰ ਕਰਨੀਆਂ ਚਾਹੀਦੀਆਂ। ਮੈਂ ਹੈਰਾਨ ਆ, ਇਹ ਮੀਡੀਆ ਦਾ ਮੁੱਖ ਮੁੱਦਾ ਬਣਿਆ ਹੀ ਨਹੀਂ। ਭਲਕ ਨੂੰ ਉਸ ਕੁੜੀ ਦੇ ਨਾਲ ਕੋਈ ਘਟਨਾ ਵਾਪਰ ਜਾਏ, ਉਹਦੇ ਪਰਿਵਾਰ ਦੇ ਨਾਲ ਘਟਨਾ ਵਾਪਰ ਜਾਏ, ਉਹਨਾਂ ਦੀ ਹੁਣੇ ਹੀ ਜਿਹੜੀ ਹੈ ਉਹ ਧੌਣ ਨੱਪਣੀ ਚਾਹੀਦੀ ਹੈ, ਚੱਕ ਕੇ ਅੰਦਰ ਦੇਣੇ ਚਾਹੀਦੇ ਆ, ਤਾਂ ਜੋ ਬਾਕੀ ਸਾਰਿਆਂ ਨੂੰ ਸਬਕ ਮਿਲੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਹਾਣੀ ਕਿੱਥੇ ਜਾਣੀ ਹੈ। ਹੁਣ ਇੱਕ ਕੁੜੀ ਦਾ ਘਰ ਕੱਚਾ, ਉਹਦੇ ਘਰ ਨੂੰ ਜਾਂਦੀ ਸੜਕ ਕੱਚੀ ਹੈ, ਉਹਦੀ ਕੀ ਸੁਰੱਖਿਆ ਹੋਊਗੀ? ਉਹਨੇ ਤਾਂ ਸਾਈਕਲ ਤੇ ਮੁੜ ਕੇ ਬੱਸ ਸਟੈਂਡ ਦੇ ਉੱਤੇ ਆਉਣਾ। ਪਰ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਬਹੁਤ ਵੱਡਾ ਮੀਡੀਆ ਇਸ ਮੁੱਦੇ ਨੂੰ ਚੁੱਕਦਾ ਹੀ ਨਹੀਂ। ਕਹਿੰਦੇ ਜੀ ਪੁਲਿਸ ਵਾਲੇ ਅਸੀਂ ਪਰਚਾ ਦਰਜ ਕਰਕੇ 2 ਬੰਦੇ ਫੜ ਲਏ, ਬਸ। ਉਹਦਾ ਤਾਂ ਕੋਈ ਸਾਹ ਵੀ ਉੱਚਾ ਭਰੇ ਸਰਕਾਰ ਦੇ ਖਿਲਾਫ ਚੱਕ ਕੇ ਅੰਦਰ ਦੇ ਦਿੰਦੇ ਹੋ ਤੇ ਤਰ੍ਹਾਂ ਦੇ ਉਹਦੇ ਤੇ ਪਰਚੇ ਦਰਜ ਕਰ ਦਿੰਦੇ ਹੋ। ਇੱਥੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਉਸ ਧੀ ਦੇ ਘਰ ਸਾਹਮਣੇ ਜਾ ਕੇ ਇੱਕ ਗੰਦੀ ਮਾਨਸਿਕਤਾ ਦਾ ਮੁਜ਼ਾਹਰਾ ਕੀਤਾ ਗਿਆ, ਕੋਈ ਨੋਟਿਸ ਹੀ ਨਹੀਂ ਲੈਂਦਾ। ਇਹੀ ਤੇ ਗੱਲ ਆ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਮੇਰਾ ਖਿਆਲ ਇਹੀ ਇੱਕ ਇਹੋ ਜਿਹਾ ਕਾਰਨ ਹੈ ਜਿਹਦਾ ਕਰਕੇ ਬਹੁਤ ਸਾਰੀ ਪ੍ਰਤਿਭਾ ਹੋਣ ਦੇ ਬਾਵਜੂਦ ਵੀ ਜੀ ਮੁਲਕ ਦਾ ਆਹ ਹਾਲ ਆ ਵੀ ਅਗਲਾ ਬੰਦਾ ਕਹਿੰਦਾ ਵੀ ਇਹਦੇ 'ਚ ਪ੍ਰਤਿਭਾ ਹੈਗੀ ਆ, ਪਰ ਇਹ ਨਾ ਥੋੜ੍ਹਾ ਜਿਹਾ ਫਲਾਨੀ ਯਾਰ, ਉਹ ਆਪਣੀ ਜਾਤ ਦਾ ਕਰਕੇ, ਉਹ ਯਾਰ ਉਹ ਤੈਨੂੰ ਪਤਾ ਯਾਰ ਉਹ ਇੱਦਾਂ ਦੇ ਬੰਦੇ ਆ ਥੋੜ੍ਹੇ, ਉਹਨਾਂ ਚੀਜ਼ਾਂ ਦਾ ਕਰਕੇ ਮੇਰੇ ਖਿਆਲ ਨਾਲ ਪਤਾ ਨਹੀਂ ਕਿੰਨਾ ਕੁ ਟੈਲੈਂਟ ਜਿਹੜਾ ਆਪਾਂ ਬਰਬਾਦ ਕਰ ਦਿੰਦੇ ਹਾਂ। ਪਰ ਵੈਸੇ ਮੈਂ ਸੋਚਦਾ ਸੀ ਵੀ ਚਲੋ ਇੱਥੇ ਤੇ ਉਹਨਾਂ ਬੰਦਿਆਂ ਨੂੰ ਇੱਦਾਂ ਜਾਪਦਾ ਹੋਊਗਾ ਨਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ, ਵੀ ਇਹ ਇੱਕ ਪਲੇਅਰ ਆ, ਇੱਕ ਫਲਾਨੀ ਜਾਤ ਦੀ ਆ, ਅਸੀਂ ਤਾਂ ਵੱਡੇ ਬੰਦੇ ਹੁੰਦੇ, ਅਸੀਂ ABC ਜੋ ਵੀ ਹੁੰਦੇ ਆ। ਸਵਾਲ ਇਹ ਪੈਦਾ ਹੁੰਦਾ ਵੀ ਉਦਣ ਕਿਉਂ ਨਹੀਂ ਕੋਈ ਪੁੱਛਦਾ ਜਦੋਂ ਹਸਪਤਾਲ ਦੇ ਅੰਦਰ ਮਰੀਜ਼ ਹੁੰਦਾ ਤੇ ਡਾਕਟਰ ਕਹਿੰਦਾ ਵੀ ਫਲਾਨੀ ਆਪਾਂ ਨੂੰ ਜਿਹੜਾ ਉਹ ਬਲੱਡ ਚਾਹੀਦਾ ਭਾਈ ਸਾਹਿਬ, ਜੇ ਨਾ ਹੋਇਆ ਤੇ ਫਿਰ ਗੁਜ਼ਾਰਾ ਨਹੀਂ। ਉਦੋਂ ਜਦੋਂ ਬਲੱਡ ਬੈਂਕ ਦੇ ਵਿੱਚੋਂ ਖੂਨ ਲੈਣ ਜਾਂਦੇ ਤੇ ਉਹ ਸਟਿੱਕਰ ਉੱਥੇ ਕਿਉਂ ਨਹੀਂ ਪੜ੍ਹਦੇ ਵੀ ਇਹ ਵਾਕਈ ਸਾਡੇ ਧਰਮ ਵਾਲੇ ਦਾ ਹੀ ਆ ਜਿਹੜਾ ਅਸੀਂ ਚੜਾਉਣ ਲੱਗੇ, ਜਾਂ ਜਿਹੜਾ ਡਾਕਟਰ ਨਰਸ ਅੰਦਰ ਸਾਡੇ ਮਰੀਜ਼ ਨੂੰ ਕੋਈ ਸੰਭਾਲਣ ਡਿਆ ਉਹ ਚੈੱਕ ਕਰਕੇ ਭੇਜਦੇ ਅੰਦਰ ਵੀ ਇਹ ਵਾਕਈ ਸਾਡੇ ਧਰਮ ਦਾ, ਸਾਡੀ ਜਾਤ ਦਾ, ਅਸੀਂ ਇਹ ਤੋਂ ਬਿਨਾਂ ਇਲਾਜ ਨਹੀਂ ਕਰਾਉਣਾ, ਉਦੋਂ ਕਿਉਂ ਨਹੀਂ ਕਰਦੇ? ਮੈਂ ਬਹੁਤ ਹੈਰਾਨ ਹਾਂ, ਜਿਹੜੇ ਘਰ ਦੇ ਵਿੱਚ ਰੋਟੀ ਖਾਂਦੇ ਹੋਣਗੇ, ਜਿਹੜੇ ਘਰ ਦੇ ਵਿੱਚ ਚੌਲ ਖਾਂਦੇ ਹੋਣਗੇ, ਉਹਨੂੰ ਉਗਾਉਂਦਾ ਕੋਈ ਹੈ, ਬੀਜਦਾ ਕੋਈ ਹੈ, ਉਹਦੀ ਸਾਂਭ ਦੇ ਵਿੱਚ ਕਿਸੇ ਹੋਰ ਦਾ ਪਸੀਨਾ ਡੁੱਲਦਾ, ਉਹ ਮੰਡੀ ਦੇ ਵਿੱਚ ਜਾ ਕੇ ਬੋਰੀ ਦੇ ਵਿੱਚ ਉਹਨੂੰ ਕੋਈ ਹੋਰ ਪੈਕ ਕਰਦਾ, ਉਹਨੂੰ ਫੋਲਦਾ ਕੋਈ ਹੋਰ ਹੈ, ਉਹਨੂੰ ਬੋਰੀ ਦੇ ਵਿੱਚ ਭਰਦਾ ਕੋਈ ਹੋਰ ਹੈ, ਚੱਕ ਕੇ ਟਰੱਕ ਦੇ ਵਿੱਚ ਕੋਈ ਹੋਰ ਰੱਖਦਾ, ਉਹਦੇ ਤੋਂ ਬਾਅਦ ਜਾ ਕੇ ਧਾਂਕ ਉਹਦੀ ਕੋਈ ਹੋਰ ਲਾਉਂਦਾ, ਫਿਰ ਉਹਨੂੰ ਪੈਕਟਾਂ ਦੇ ਵਿੱਚ ਕੋਈ ਬੰਦ ਹੋਰ ਕਰਦਾ, ਉਹ ਪੈਕਟ ਚੱਕ ਕੇ ਕੋਈ ਹੋਰ ਫੜਾਉਂਦਾ ਹੈ। ਫਿਰ ਜਿਹੜੀ ਚੁੱਲ੍ਹੇ ਦੇ ਵਿੱਚ ਲੱਕੜਾਂ ਦਿੰਦੇ ਹੋ ਜਾਂ ਜਿਹੜਾ ਸਿਲੰਡਰ ਬਾਲਦੇ ਹੋ, ਸਿਲੰਡਰ ਨੂੰ ਭਰਦਾ ਕੋਈ ਹੋਰ ਹੈ, ਚੱਕ ਕੇ ਕੋਈ ਹੋਰ ਫੜਾਉਂਦਾ। ਉਦੋਂ ਠੀਕ ਆ, ਉਦੋਂ ਸਾਰੇ ਤੁਹਾਡੇ ਬੰਦਿਆਂ ਨੇ ਕੀਤਾ ਹੁੰਦਾ, ਉਦੋਂ ਤੁਸੀਂ ਉਹਦੇ ਉੱਤੇ ਕੋਈ ਸਰਟੀਫਿਕੇਟ ਲਿਖਿਆ ਹੁੰਦਾ, ਨਹੀਂ ਜੀ ਇਹ ਤੁਹਾਡੀ ਧਿਰ ਦੇ ਬੰਦਿਆਂ ਨੇ ਹੀ ਇਹ ਸਾਰਾ ਕੰਮ ਕੀਤਾ, ਇਸ ਚੌਲ ਨੂੰ ਕਿਸੇ ਹੋਰ ਨੇ ਟੱਚ ਨਹੀਂ ਕੀਤਾ। ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਉਹ ਖਿਡਾਰੀ ਖੇਡਣ ਜਾਂਦੇ ਆ ਉੱਥੇ ਭਾਰਤ ਦਾ ਝੰਡਾ ਹੁੰਦਾ, ਉੱਥੇ ਕਿਸੇ ਧਰਮ ਦਾ, ਉੱਥੇ ਕਿਸੇ ਜਾਤ ਦਾ, ਉੱਥੇ ਕਿਸੇ ਸੂਬੇ ਦਾ ਝੰਡਾ ਨਹੀਂ ਹੁੰਦਾ। ਜੇ ਇੰਨੀ ਕੋਈ ਗੱਲ ਨਹੀਂ ਸਮਝ ਆਉਂਦੀ, ਇਹਨਾਂ ਦਾ ਨੱਟ ਕੱਸਣ ਵਾਲਾ ਥੋੜਾ ਜਿਹਾ। ਨੱਟ ਕੱਸੂ ਕਿਹੜਾ ਜੀ, ਕਿਉਂਕਿ ਖੁੱਲ੍ਹਾਂ ਹੈਗੀਆਂ ਨੇ ਤਾਂ ਹੀ ਤੇ ਸਾਰਾ ਕੁਝ ਹੁੰਦਾ। ਜੇ ਖੁੱਲ੍ਹ ਨਾ ਹੋਵੇ, ਉਹ ਕਹਿੰਦੇ ਨੇ ਵੀ ਬਸ ਇਹ ਕਾਂ ਟੰਗਣ ਦੀ ਲੋੜ ਹੁੰਦੀ ਹੈ, ਨਹੀਂ ਤੇ ਮੱਕੀ ਦੇ ਇਕੱਲੇ ਟਾਂਡੇ ਨਾਲ ਜਾ ਕੇ ਕਿਸਾਨ ਹੋਕਰ ਥੋੜਾ ਮਾਰਦਾ, ਉਹਦੇ ਵਿਚਾਲੇ ਇੱਕ ਵੰਝ ਤੇ ਇੱਕੋ ਹੀ ਕਾਂ ਟੰਗਿਆ ਉਹਦਾ ਪਤਾ ਸਾਰਿਆਂ ਨੂੰ ਲੱਗਦਾ ਵੀ ਨਾ ਭਾਈ ਟੰਗਿਆ ਜਾਣਾ। ਜੇ ਉਹ ਨਹੀਂ ਹੁੰਦਾ ਤੇ ਫੇਰ ਹੀ ਆ ਸਾਰਾ ਕੁਝ ਹੁੰਦਾ ਜੀ। ਇੱਕ ਸੰਧਾਲੀਆ ਸਾਹਿਬ, ਮੈਨੂੰ ਇਹ ਲੱਗਦਾ ਸੀ ਕਿ ਆਪਾਂ ਜ਼ਰੂਰ ਜ਼ਿਕਰ ਕਰ ਲਈਏ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਕਲਾਕਾਰ ਗਏ, ਬਹੁਤ ਸਾਰੇ ਖੇਤੀਬਾੜੀ ਦੇ ਮਾਹਿਰ ਗਏ ਤੇ ਉਹਨਾਂ ਨੇ ਕਿਸਾਨਾਂ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ, ਅੰਕੜੇ ਤੱਕ ਦਿੱਤੇ ਕਿ ਇਸ ਸੂਬੇ ਦੇ ਵਿੱਚ ਆਹ ਮਾਹੌਲ ਹੈ, ਇੱਥੇ ਆ ਫਲਾਣੇ ਦੇਸ਼ ਦੇ ਵਿੱਚ ਇਦਾਂ ਦੀਆਂ ਖੇਤੀਬਾੜੀ ਨੀਤੀਆਂ ਲਾਗੂ ਕੀਤੀਆਂ ਗਈਆਂ ਸੀ, ਉੱਥੇ ਇੰਨੇ ਸਾਲਾਂ ਦੇ ਬਾਅਦ ਆਹ ਚੀਜ਼ਾਂ ਖਤਮ ਹੋ ਗਈਆਂ, ਆਹ ਚੀਜ਼ਾਂ ਜਿਹੜੀਆਂ ਉਹ ਰਹਿ ਗਈਆਂ। ਉਹ ਸਾਰਾ ਕੁਝ
ਉਹਨਾਂ ਨੇ ਖੁੱਲ੍ਹ ਕੇ ਡੀਟੇਲ ਦੇ ਵਿੱਚ ਦੱਸਿਆ ਤੇ ਨਾਲ ਦੀ ਨਾਲ ਪੰਗਤ ਦੇ ਵਿੱਚ ਬੈਠ ਕੇ ਜਦੋਂ ਕਿਸਾਨਾਂ ਦੇ ਨਾਲ ਕਲਾਕਾਰਾਂ ਨੇ ਵੀ ਤੇ ਉਹਨਾਂ ਖੇਤੀਬਾੜੀ ਦੇ ਮਾਹਿਰਾਂ ਨੇ ਵੀ ਜਾ ਕੇ ਲੰਗਰ ਛਕਿਆ ਤੇ ਆਪਸ ਵਿੱਚ ਚਰਚਾ ਵੀ ਕਰਦੇ ਆ, ਪੁਲਿਸ ਵਾਲੇ ਵੀ ਦੇਖਦੇ ਸੀ, ਜਿਹੜੇ ਸ਼ਹਿਰੀ ਉੱਥੋਂ ਲੰਘਦੇ ਸੀ ਉਹ ਵੀ ਦੇਖਦੇ ਸੀ। ਤੇ ਹੁਣ ਅੱਜ ਦਾ ਦਿਨ ਜਿਹੜਾ ਉਹ ਸਾਬਕਾ IAS ਅਧਿਕਾਰੀ ਤੇ ਜਿਹੜੇ ਅਦਾਲਤਾਂ ਦੇ ਕਈ ਸੇਵਾ ਮੁਕਤ ਜੱਜ ਨੇ ਉਹਨਾਂ ਨੇ ਆ ਕੇ ਆਪਣਾ ਪੁਆਇੰਟ ਆਫ ਵਿਊ ਰੱਖਣਾ ਕਿ ਭਾਈ ਖੇਤੀ ਕਾਨੂੰਨ ਮਾੜੇ ਨੇ ਜਾਂ ਚੰਗੇ ਨੇ, ਨਜ਼ਰਾਂ ਉੱਤੇ ਵੀ ਟਿਕੀਆਂ ਰਹਿਣਗੀਆਂ। ਨਹੀਂ, ਜਦੋਂ ਉਹ ਰੱਖ ਰਹੇ ਹੋਣਗੇ ਉਦੋਂ ਹੋ ਸਕਦਾ ਕਿ ਆਸੇ-ਪਾਸੇ ਚੁਣੇ ਹੋਏ ਵੱਖ-ਵੱਖ ਪਾਰਟੀਆਂ ਦੇ, ਵਿਰੋਧੀ ਪਾਰਟੀਆਂ ਦੇ MP ਵੀ ਖੜੇ ਹੋਣ। ਮਤਲਬ ਇਹ ਹੋ ਗਿਆ ਵੀ ਜੇ ਕੋਈ ਧਿਆਨ ਨਾਲ ਵੇਖੇ ਤੇ ਜਿਹੜੀ ਇੱਕ ਪਾਰਲੀਮੈਂਟ ਅੰਦਰ ਚੱਲ ਰਹੀ ਹੈ ABC, ਉਹ 'ਚ ਠੀਕ ਹੈ ਚੁਣੇ ਹੋਏ ਨੁਮਾਇੰਦੇ ਨੇ। ਮੋਦੀ ਸਾਹਿਬ ਜਦੋਂ ਗਏ ਸੀ ਉਦੋਂ ਮੱਥਾ ਵੀ ਟੇਕ ਕੇ ਗਏ ਸੀ ਵੀ ਇਹ ਲੋਕਤੰਤਰ ਦਾ ਮੰਦਰ ਹੈ, ਔਰ ਉੱਥੇ ਜੇ ਨਹੀਂ ਇਨਸਾਫ ਮਿਲ ਰਿਹਾ, ਉੱਥੇ ਨਹੀਂ ਕੋਈ ਗੱਲ ਹੋ ਰਹੀ, ਤਾਂ ਉਹਦੇ ਬਾਹਰ ਜਿਹੜੀ ਇੱਕ ਕਿਸਾਨਾਂ ਵੱਲੋਂ ਪਾਰਲੀਮੈਂਟ ਚਲਾਈ ਜਾ ਰਹੀ, ਹੌਲੀ-ਹੌਲੀ ਉਹਦਾ ਘੇਰਾ ਦਾਇਰਾ ਵਿਸ਼ਾਲ ਹੋਣ ਲੱਗ ਪਿਆ, ਲੋਕਾਂ ਦਾ ਧਿਆਨ ਉਧਰ ਖਿੱਚਿਆ ਜਾਣ ਲੱਗ ਪਿਆ, ਲੋਕਾਂ ਨੂੰ ਲੱਗਣ ਲੱਗ ਪਿਆ ਵੀ ਯਾਰ ਇੱਥੇ ਉਹ ਗੱਲ ਹੁੰਦੀ ਜਿਹੜੀ ਅੰਦਰ ਹੋਣੀ ਚਾਹੀਦੀ ਸੀ। ਹੁਣ ਜੇ ਇਹ ਚਰਚਾ ਇਸ ਹਿਸਾਬ ਨਾਲ ਚੱਲਦੀ ਰਹੀ ਤੇ ਮੈਨੂੰ ਲੱਗਦਾ ਹੈ ਕਿ ਵੀ ਹੌਲੀ-ਹੌਲੀ ਫਰਕ ਤਾਂ ਆਊਗਾ। ਪਰ ਜਾਂਦੇ ਜਾਂਦੇ ਮੇਰੇ ਖਿਆਲ ਨਾਲ ਪੀ ਸਾਈਨਾਥ ਹੋਰਾਂ ਦਾ ਉਹ ਜਿਹੜਾ ਆਈਡੀਆ ਹੈ ਉਹਦੇ ਜ਼ਿਕਰ ਵੀ ਕਰ ਦਈਏ, ਜਿਹਦੇ 'ਚੋਂ ਕਹਿੰਦੇ ਆ ਕਿ ਕਿਸਾਨਾਂ ਨੂੰ ਖੁਦ ਵੀ ਕਾਰਪੋਰੇਟ ਦੇ ਨਾਲ ਲੜਨ ਦੇ ਲਈ ਉਹੋ ਜਿਹੀ ਪ੍ਰਣਾਲੀ ਬਣਾਉਣੀ ਪਊਗੀ ਜਿਹਦੇ ਨਾਲ ਉਹਨਾਂ ਨੂੰ ਮੁਜ਼ਾਹਰੇ ਕਰਕੇ ਨਹੀਂ, ਸਗੋਂ ਉਹਨਾਂ ਦਾ ਜਿਹੜਾ ਆਰਥਿਕ ਤੌਰ ਤੇ ਲੱਕ ਭੰਨ ਕੇ ਇੱਕ ਮੌਕਾ ਮਿਲੇ। ਪਲੱਸ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਵੀ ਤੁਸੀਂ ਕਿਸਾਨਾਂ ਤੋਂ ਸਿੱਧਾ ਜਿਹੜਾ ਕੁਛ ਨਾ ਕੁਛ ਖਰੀਦਣ ਦੀ ਆਦਤ ਪਾਓ, ਤਾਂ ਜੋ ਜਿਹੜਾ ਤੁਸੀਂ ਵੱਡੇ ਸਾਰੇ ਮਾਲ 'ਚੋਂ ਖਰੀਦਦੇ ਹੋ ਉਹਦੇ ਨਾਲੋਂ ਇੱਕ ਤਾਂ ਤੁਹਾਨੂੰ ਸਸਤਾ ਮਿਲੂ, ਇੱਕ ਸੌਖਾ ਮਿਲੂ, ਇੱਕ ਸੋਹਣਾ ਮਿਲੂ, ਤੇ ਦੂਸਰਾ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹਦਾ ਮੁੱਲ ਵੀ ਮਿਲ ਜੇ। ਆਸਾਨ ਤਾਂ ਹੈ ਨਹੀਂ, ਪਰ ਸੰਧਾਲੀਆ ਸਾਹਿਬ ਆਸਾਨ ਤਾਂ 8 ਮਹੀਨੇ ਮੋਰਚਾ ਲਾਉਣਾ ਵੀ ਨਹੀਂ ਸੀ। ਹੁਣ ਪੀ ਸਾਈਨਾਥ ਹੋਣਾ ਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਆਏ, ਹੁਣ ਨਾਭੇ ਦੇ ਕਾਲਜ ਦੇ ਵਿੱਚ ਲੈਕਚਰ ਸੀ ਉਹਨਾਂ ਦਾ, ਉੱਥੇ ਉਹਨਾਂ ਨੇ ਕਿਹਾ, ਉਹ ਕਹਿੰਦੇ ਖਾਸ ਤੌਰ ਤੇ ਮੱਧ ਵਰਗ ਜਿਹੜਾ ਅਸੀਂ ਵੱਡੇ ਵੱਡੇ ਸ਼ਾਪਿੰਗ ਕੰਪਲੈਕਸ ਦੇ ਵਿੱਚ, ਸ਼ਾਪਿੰਗ ਮਾਲ ਦੇ ਵਿੱਚ ਜਾਂਦੇ ਆ ਕਿ ਭਾਈ ਪੈਕ ਚੀਜ਼ਾਂ ਲਈਏ, ਕਿ ਤੁਸੀਂ ਆਪਣੀ ਆਦਤ ਸੁਧਾਰੋ, ਉੱਥੋਂ ਸਮਾਨ ਲੈਣਾ ਬੰਦ ਕਰੋ, ਕਿਸਾਨ ਤੋਂ ਸਿੱਧਾ ਖਰੀਦੋ। ਹੋ ਸਕਦਾ ਝੋਲਾ ਕੋਲ ਲਿਜਾਣਾ ਪਵੇ, ਹੋ ਸਕਦਾ ਬੈਗ ਕੋਲ ਲਿਜਾਣਾ ਪਵੇ, ਹੋ ਸਕਦਾ ਪੈਕਿੰਗ ਬਹੁਤ ਹੀ ਸਹੀ ਨਾ ਹੋਵੇ, ਪਰ ਉਹਦੇ ਨਾਲ ਤੁਸੀਂ ਵੀ ਬਚ ਜਾਓਗੇ, ਕਿਸਾਨ ਵੀ ਬਚ ਜਾਊ। ਸਾਫ਼ ਤੌਰ ਤੇ ਉਹਨਾਂ ਨੇ ਕਿਹਾ, ਦੇਖੋ ਉਹ ਬੰਦਾ ਪੱਤਰਕਾਰ ਹੈ, ਉਹ ਬੰਦਾ ਚਿੰਤਕ ਹੈ ਤੇ ਬਹੁਤ ਬੁੱਧੀਜੀਵੀ ਹੈ। ਉਹਨੇ ਕਲੀਅਰ ਕੀਤਾ ਕਿ ਜੇ ਛੋਟੀ ਕਿਸਾਨੀ ਨਾ ਬਚੀ, ਜੇ ਛੋਟਾ ਕਾਰੀਗਰ ਨਾ ਬਚਿਆ, ਤਾਂ ਪੱਲੇ ਤੁਹਾਡੇ ਵੀ ਕੱਖ ਨਹੀਂ ਰਹਿਣਾ। ਚੰਗੀ ਤਰ੍ਹਾਂ ਸੋਚ ਸਮਝ ਲਓ। ਨਹੀਂ, ਬਿਲਕੁਲ ਠੀਕ ਹੈ। ਸੋ ਇਹਦੇ 'ਚ ਮੇਰੇ ਖਿਆਲ ਨਾਲ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਕੋਈ ਨੋਟਿਸ ਲੈਣ, ਕਿਉਂਕਿ ਮੈਨੂੰ ਇਹ ਲੱਗਦਾ ਬਾਠ ਸਾਹਿਬ ਕਿ ਜੇ 8-9 ਮਹੀਨੇ ਇਸ ਤਰ੍ਹਾਂ ਦਾ ਅੰਦੋਲਨ ਚਲਾਇਆ ਜਾ ਸਕਦਾ ਨਾ, ਤੇ ਕੋਈ ਵੱਡੀ ਗੱਲ ਨਹੀਂ ਕਿ ਜੇ ਵੱਖਰੇ ਤੌਰ ਦੇ ਉੱਪਰ ਇਹ ਜਿਹੜੀ ਕਿਸਾਨਾਂ ਦੀ ਡਾਇਰੈਕਟ ਬਾਇੰਗ ਸੈਲਿੰਗ ਵਾਲੀ ਚੇਨ ਹੈ, ਜਾਂ ਲੋਕਾਂ ਦੇ ਨਾਲ ਸਿੱਧਾ ਸੰਪਰਕ ਹੈ ਵੀ ਆਹ ਲਓ ਕਿਸਾਨ ਹੱਟ ਤੋਂ ਆਹ ਚੀਜ਼ਾਂ ਲੈ ਲਓ, ਉਹ ਨਾ ਚਲਾਈ ਜਾ ਸਕਦੀ ਹੋਵੇ। ਬਹੁਤ ਸਾਰੇ ਸੂਬੇ ਨੇ ਲਾਕਡਾਊਨ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਸਿੱਧਾ ਸੈੱਲ ਕਰਨਾ ਸ਼ੁਰੂ ਕੀਤਾ, ਵੇਚਣਾ ਸ਼ੁਰੂ ਕੀਤਾ। ਬਹੁਤ ਸਾਰੇ ਲੋਕ ਕਿਸਾਨਾਂ ਦੇ WhatsApp ਨੰਬਰ ਲੈ ਲੈਂਦੇ ਆ ਕਿ ਭਾਈ ਸਾਨੂੰ ਅੱਜ ਆਹ ਚੀਜ਼ ਚਾਹੀਦੀ ਆ, ਕੱਲ੍ਹ ਨੂੰ ਜੇ ਆਹ ਹੋਈ ਆਹ ਦੇ ਜਿਓ। ਸਿੱਧੀ ਵੇਚ ਪ੍ਰਣਾਲੀ ਸ਼ੁਰੂ ਹੋ ਗਈ ਹੈ। ਥੋੜੀ ਜਿਹੀ ਹਿੰਮਤ ਕਰਨੀ ਪਊਗੀ। ਅੱਗੇ ਕਿਸੇ ਨੇ ਸੋਚਿਆ ਥੋੜੀ ਸੀ ਕਿ ਫੋਨ ਕਰਿਆ ਕਰਾਂਗੇ ਤਾਂ ਪੀਜ਼ਾ ਪਿੰਡ ਦੇ ਵਿੱਚ ਡਿਲੀਵਰ ਹੋ ਜੂ। ਜੇ ਉਹ ਹੋ ਸਕਦਾ, ਆਟਾ, ਗੋਭੀ, ਮੂਲੀਆਂ, ਕਣਕ, ਚੌਲ ਉਹ ਵੀ ਡਿਲੀਵਰ ਹੋ ਸਕਦੇ, ਆਟਾ ਵੀ ਉਹ ਪਿੰਡੋਂ ਸ਼ਹਿਰ ਡਿਲੀਵਰ ਹੋ ਸਕਦਾ। ਇਹ ਹੋ ਸਕਦੀ ਹੈ ਗੱਲ। ਚੱਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇੱਕ ਆਸ ਉਮੀਦ ਦੇ ਨਾਲ ਕਿ ਵੀ ਇਹ ਜੋ ਕੁਛ ਇਸ ਵਕਤ ਦੀ ਚਰਚਾ ਹੈ, ਇਹ ਸਾਰੇ ਕੁਛ ਦੇ ਵਿੱਚ ਫਰਕ ਆ ਸਕਦਾ, ਚੇਂਜ ਆ ਸਕਦੀ, ਜੇ ਆਪਾਂ ਕਰਨੀ ਚਾਹੀਏ। ਸੋ ਲੱਗੇ ਆ ਜੀ, ਜੇ ਆ ਗਈ ਤੇ ਵਧੀਆ ਗੱਲ ਹੈ। ਮੈਨੂੰ ਬੜੀ ਖੁਸ਼ੀ ਹੋਊਗੀ ਜੇ ਮੈਂ $5 ਦੀ ਸ਼ਰਤ ਹਾਰਾਂ, ਪਰ ਮੈਨੂੰ ਆਸ ਕੋਈ ਨਹੀਂ ਹੈਗੀ। ਕੱਲ੍ਹ ਦੁਬਾਰਾ ਮਿਲਦੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।